ਦਸਮ ਪਿਤਾ श्री गुरु गोबिंद सिंह जी का मुखवाक है, वचन है उन्हों का कि शस्त्रन के अधीन है राज, राज बिना नहीं धर्म चले हैं, धर्म बिना सब दले मले हैं। तो एक गल तो पहला समझ लो कि साडा राज नहीं हैगा। जिन्हां दा राज हैगा वो सानू अपनियां सरकारां दे तहत अपने नियमां दे तहत घुमा रहे ने, वो तां घुमा रहे ने क्योंकि तुहाडा अपना राज नहीं हैगा। बादल ने कदों पंजाब का भला सोचा, जद तो इन्हों ने हथ से बागडोर आई है। देखो भी 78 च इन्होंने शिकमर पाए, 88 च नकोदर इन्हें कांड कराया, बगराड़ी इन्हें गवाया। किहड़ा काम किहड़ा टाइम होया जिहड़ा गुरदासपुर मुंडा मारिया, ऐसे अशूट उस वेले मारे लुधियाने मुंडा लोहारे का, जिन्ने मुंडे मरे इन्हें वेम च होरे, इन्हें सरकार च। प्रकाश सिंह बादल ने कहा सीगा भी श्रोमणी कमेटी ਦੀ ਅੱਟ ਹੁੰਦੀ ਆ ਪੰਜਾਬ ਨਾਲੋਂ ਤਾਂ ਅਸੀਂ ਬਹੁਤ ਵੱਡੀ ਕੁਰਬਾਨੀ ਦੇ ਦਾਂਗੇ। ਜਥੇਦਾਰ ਗੁਰਚਰਨ ਤੌੜਾ ਨੇ ਵੀ ਕਿਹਾ ਸੀ ਕਿ ਆਪਾਂ ਇੱਕ ਬਣਾ ਦਈਏ ਤਾਂ ਵੱਡੇ ਬਾਦਲ ਸਾਹਿਬ ਕਹਿੰਦੇ ਸਾਨੂੰ ਕੀ ਫਾਇਦਾ ਹੋਊਗਾ, ਇਹ ਤਾਂ ਆਪਦਾ ਫਾਇਦਾ ਦੱਸਦੇ ਨੇਗੇ। ਗੱਲਾਂ ਉੱਥੇ ਹੀ ਆ ਜਾਂਦੀਆਂ ਨੇ ਕਿ ਮਾਰ ਹੀ ਐਸੀ ਪੈ ਰਹੀ ਹੈ ਜਿਸ ਦਾ ਕੋਈ ਹੱਲ ਹੀ ਨਹੀਂ ਹੈ। ਤਾਂ ਲਾਰੇ ਤੇ ਲਾਰੇ ਆ ਜਿਹੜੇ ਉਹ ਸਰਕਾਰਾਂ ਲਾਉਂਦੀਆਂ ਨੇ, ਪਰ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਕਹਿੰਦੇ ਕਿਸਾਨਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਂਦਾ। बड़ा सवाल तो यह है ना, मुनाफे के लिए हुण कोई बंदा घाटे के लिए तो कोई काम नहीं करता ना। जाहिर गल है कि हर बंदा मुनाफा ही सोचता है कि मेरा मुनाफा ही होवे। मैं अज इन्ना 1 लाख रुपया खर्चा करके कोई फसल बीज ली है, कल नूं मैनूं उहदे झाड़ दे विचों मैनूं 50,000 रुपया बचदा है या 50,000 की मेरी जो जाती हैगी है, मैनूं तो 50,000 का लॉस है ना। ये हुण बारिश करके नुकसान हो गया। इस तो पहला जिहड़ा वो चाइना वायरस सीगा उहदे करके 6 ਜ਼ਿਲ੍ਹੇ प्रभावित होए ने। ਜ਼ਿਮੀਂਦਾਰਾਂ ਦੇ ਉੱਪਰ, ਕਿਸਾਨਾਂ ਦੇ ਉੱਪਰ ਕਹਿ ਲਓ ਕਿ ਕੁਦਰਤ ਨਾਰਾਜ਼ ਹੀ ਹੈ। ਕੋਈ ਫਸਲ ਦਾ ਰੇਟ ਜਿਹੜਾ ਗਿਰ ਜਾਂਦਾ ਤਾਂ ਕਿਸਾਨ ਖੜੀ ਫਸਲ ਵਾਹ ਦਿੰਦੇ ਨੇ। ਬਿਲਕੁਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹਫ਼ਤੇ ਦੇ ਵਿੱਚ 2 ਦਿਨ ਲਾਈਵ ਅਸੀਂ ਲੈ ਕੇ ਆਉਂਦੇ ਹਾਂ ਵੱਖੋ-ਵੱਖ ਅਖਬਾਰਾਂ ਦੀਆਂ ਸਰਗਰਮੀਆਂ। ਤੁਸੀਂ ਵੀ ਜੁੜਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ, ਜਿਸ ਦੇ ਲਈ ਲਗਾਤਾਰ 2 ਨੰਬਰ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰ ਤੇ ਤੁਸੀਂ ਸਾਨੂੰ ਕਾਲ ਕਰਨੀ ਹੈ ਤੇ ਸਿੱਧਾ ਰਾਬਤਾ ਬਣਾਉਣਾ ਜੀ ਚੰਡੀਗੜ੍ਹ ਸੂਬੇ ਦੇ ਵਿੱਚ। ਪਹਿਲਾ ਨੰਬਰ ਹੈਗਾ 888 923 2656। ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਬੈਠੇ ਹੋ, ਡਾਇਰੈਕਟ ਇਸ ਨੰਬਰ ਤੇ ਰਾਬਤਾ ਕਰਕੇ ਚੰਡੀਗੜ੍ਹ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਅਸੀਂ ਕੋਈ ਵੀ ਖਬਰ ਜਿਹੜੀ ਲਈ ਹੈ ਉਸ ਤੇ ਆਪਣੇ ਸੁਝਾਅ ਤੇ ਸਵਾਲ ਜਿਹੜੇ ਉਹ ਰੱਖ ਸਕਦੇ ਹੋ। ਪੰਜਾਬ ਤੇ ਭਾਰਤ ਦੇ ਵਸਨੀਕਾਂ ਦੇ ਲਈ ਅਸੀਂ ਨੰਬਰ ਵੱਖਰਾ ਰੱਖਿਆ ਹੋਇਆ, ਉਹ ਹੈਗਾ 88 725 88 835। ਤੁਹਾਡੇ ਪਿੰਡ, ਤੁਹਾਡੇ ਸ਼ਹਿਰ, ਤੁਹਾਡੇ ਗਲੀ ਮੁਹੱਲੇ ਦੀ ਕੋਈ ਵੱਡੀ ਖਬਰ ਹੁੰਦੀ ਹੈ ਜਿਹੜੀ ਅਖਬਾਰਾਂ ਦਾ ਸੁਰਖੀਆਂ ਨਹੀਂ ਬਣਦੀ ਜਾਂ ਫਿਰ ਟੈਲੀਵਿਜ਼ਨ ਤੇ ਨਹੀਂ ਦਿਖਾਈ ਜਾਂਦੀ, ਉਹ ਵੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਲਾਈਵ ਸਾਂਝੀ ਕਰ ਸਕਦੇ ਹੋ। ਤੇ ਹੁਣ ਅਸੀਂ ਸਵਾਗਤ ਕਰਾਂਗੇ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਬਲਦੀਪ ਸਿੰਘ ਕੰਗ ਜੀ ਦਾ। ਸਤਿ ਸ਼੍ਰੀ ਅਕਾਲ ਬਲਦੀਪ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਨਵਦੀਪ ਜੀ, ਔਰ ਸਵਾਗਤ तमाम ਦਰਸ਼ਕਾਂ ਦਾ ਜਿਹੜੇ ਸਾਡੇ ਨਾਲ ਜੁੜੇ ਨੇ ਦੇਸ਼ ਵਿਦੇਸ਼ ਤੋਂ। ਔਰ ਗੱਲਬਾਤ ਕਰਾਂਗੇ ਪੰਜਾਬ ਦੇ ਜਿਹੜੇ ਮਸਲੇ ਨੇ ਉਹਨਾਂ ਦੇ ਉੱਪਰ। ਜੀ ਬਿਲਕੁਲ। ਸੋ ਮਸਲਿਆਂ ਤੇ ਗੱਲਬਾਤ ਕਰਨ ਤੋਂ ਪਹਿਲਾਂ ਅਕਸਰ ਜੋ ਮੈਂ ਬੇਨਤੀ ਕਰਦੀ ਹਾਂ, ਇੱਕ ਵਾਰ ਫਿਰ ਤੋਂ ਕਰ ਦੇਵਾਂ ਕਿ ਕਿਰਪਾ ਕਰਕੇ ਜਦੋਂ ਵੀ ਤੁਸੀਂ ਕਾਲ ਕਰਨੀ ਹੈ 30 ਸੈਕਿੰਡ ਦੇ ਅੰਦਰ ਅੰਦਰ ਆਪਣੀ ਗੱਲ ਨੂੰ ਕੰਪਲੀਟ ਕਰ ਲਿਆ ਕਰੋ। ਤੇ ਉਸ ਤੋਂ ਅਗਲੀ ਗੱਲ, ਜਦੋਂ ਵੀ ਫੋਨ ਲੱਗ ਜਾਂਦਾ ਤਾਂ ਟੈਲੀਵਿਜ਼ਨ ਦੀ ਆਵਾਜ਼ ਨੂੰ ਘਟਾ ਦਿਆ ਕਰੋ ਤਾਂ ਕਿ ਆਪਣੀ ਗੱਲਬਾਤ ਫੋਨ ਦੇ ਜ਼ਰੀਏ ਪ੍ਰੋਪਰ ਹੋ ਸਕੇ। ਬਸ ਇਹ 2 ਬੇਨਤੀਆਂ ਨੇ ਜੀ ਜਿਨ੍ਹਾਂ ਨੂੰ ਥੋੜਾ ਜਿਹਾ ਮੰਨਿਆ ਜਾਵੇ ਤਾਂ ਕਿ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਸਮੂਥਲੀ ਚੱਲ ਸਕੇ। ਸੋ ਅੱਜ ਦੀਆਂ ਖਬਰਾਂ ਹਰ ਵਾਰ ਦੀ ਤਰ੍ਹਾਂ ਅਹਿਮ ਰਹਿਣ ਵਾਲੀਆਂ ਨੇ, ਪਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਮੌਸਮ ਦੇ ਬਾਰੇ ਵਿੱਚ ਕਿ ਮੌਸਮ ਨੇ ਅਚਾਨਕ ਹੀ ਕਰਵਾਹਟ ਲਈ ਤਾਂ ਲਗਾਤਾਰ ਪੈ ਰਹੀ ਬਾਰਿਸ਼ ਨੇ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਕਰ ਦਿੱਤਾ। ਬੇਸ਼ੱਕ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ, ਪਰ ਜੇ ਗੱਲ ਕੀਤੀ ਜਾਵੇ ਕਿਸਾਨ ਵਰਗ ਦੀ, ਜੇ ਗੱਲ ਕੀਤੀ ਜਾਵੇ ਮਜ਼ਦੂਰ ਵਰਗ ਦੀ ਜਾਂ ਫਿਰ ਰੋਜ਼ਮਰਾ ਦੇ ਕੰਮਾਂ ਕਾਰਾਂ ਕਰਨ ਵਿਚਾਰੀ ਰੇਹੜੀ ਵਾਲਿਆਂ ਦੀ, ਉਹ ਜਿਹੜੇ ਛੋਟੇ ਛੋਟੇ ਕੰਮ ਕਰਦੇ ਨੇ, ਸੜਕਾਂ ਤੇ ਬੈਠ ਕੇ ਆਪਣੀਆਂ ਦੁਕਾਨਾਂ ਚਲਾਉਂਦੇ ਨੇ, ਉਹਨਾਂ ਸਾਰਿਆਂ ਦਾ ਰੁਜ਼ਗਾਰ ਹੈ ਜਿਹੜਾ ਉਹ ਠੱਪ ਹੋ ਗਿਆ। ਕਿਸਾਨਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਫਸਲ ਬਿਲਕੁਲ ਕੰਢੇ ਤੇ ਹੈ। ਕਿਸ ਤਰੀਕੇ ਦੇ ਨਾਲ ਫਸਲ ਖੇਤਾਂ ਦੇ ਵਿੱਚ ਵਿਛ ਗਈ ਹੈ, ਉਸ ਚੀਜ਼ ਨੂੰ ਲੈ ਕੇ ਕਿਸਾਨ ਬਹੁਤ ਜ਼ਿਆਦਾ ਚਿੰਤਤ ਨੇ ਕਿਉਂਕਿ ਪੰਜਾਬ ਦੇ ਹਾਲਾਤ ਕੀ ਨੇ ਇਹ ਸਭ ਕੁਝ ਜਗ ਜ਼ਾਹਿਰ ਹੈ। ਪਰ ਲਗਾਤਾਰ ਪੈ ਰਿਹਾ ਇਹ ਮੀਂਹ ਬਹੁਤ ਕੁਝ ਵੇਖਣ ਦੇ ਲਈ ਮਜਬੂਰ ਕਰ ਰਿਹਾ ਹੈ। ਖਾਸ ਕਰਕੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਪੁਰਾਣੇ ਘਰ, ਕਈ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਏਰੀਏ ਨੇ ਜਿਨ੍ਹਾਂ ਦੇ ਵਿੱਚ ਅੱਜ ਵੀ
ਕੱਚੇ ਘਰ ਨੇ ਜਿੱਥੇ ਅੱਜ ਵੀ ਬਾਲਿਆਂ ਵਾਲੀਆਂ ਛੱਤਾਂ ਨੇ, ਤਾਂ ਲਗਾਤਾਰ ਪੈ ਰਿਹਾ ਸਿਮ ਕਰਕੇ ਉਹ ਜਿਹੜਾ ਮੀਂਹ ਹੈ ਉਹ ਉਹਨਾਂ ਛੱਤਾਂ ਨੂੰ ਖਰਾਬ ਕਰ ਰਿਹਾ। ਕਈ ਜਗ੍ਹਾ ਤੇ ਛੱਤਾਂ ਡਿੱਗ ਗਈਆਂ ਨੇ। ਤਾਂ ਅਜਿਹੀਆਂ ਖਬਰਾਂ ਨੇ ਜਿਹੜੀਆਂ ਉਹ ਮਨ ਨੂੰ ਬਹੁਤ ਠੇਸ ਪਹੁੰਚਾ ਰਹੀਆਂ ਨੇ ਕਿ ਅੱਜ ਵੀ ਹਾਲਾਤ ਜਿਉਂ ਦੀ ਤਿਉਂ ਬੜੇ ਹੋਏ ਨੇ। ਅੱਜ ਵੀ ਸਾਡੇ ਲੋਕ ਉਸ ਤਰੀਕੇ ਦੇ ਨਾਲ ਨਹੀਂ ਉੱਭਰ ਕੇ ਆ ਸਕੇ ਜੋ ਉੱਭਰ ਕੇ ਆਉਣਾ ਚਾਹੀਦਾ ਸੀ। ਜੋ ਸਮੇਂ ਦੀਆਂ ਸਰਕਾਰਾਂ ਉਹਨਾਂ ਦੇ ਨਾਲ ਵਾਅਦੇ ਕਰਦੀਆਂ ਨੇ, ਉਹਨਾਂ ਦੇ ਨਾਲ ਘਰ ਬਣਾਉਣ ਦੀਆਂ ਗੱਲਾਂ ਕਰਦੀਆਂ ਨੇ ਕਿ ਤੁਹਾਨੂੰ ਪੱਕੇ ਘਰ ਬਣਾ ਕੇ ਦਿੱਤੇ ਜਾਣਗੇ, ਤੁਹਾਨੂੰ ਵਧੀਆ ਪ੍ਰਬੰਧ ਕੀਤੇ ਜਾਣਗੇ, ਤੁਹਾਨੂੰ ਸੀਵਰੇਜ ਦੇ ਪ੍ਰਬੰਧ ਕੀਤੇ ਜਾਣਗੇ, ਪਾਣੀ ਘਰਾਂ ਦੇ ਵਿੱਚ ਨਹੀਂ ਵੜੇਗਾ, ਪਰ ਸਭ ਮਸਲੇ ਜਿਉਂ ਦੀ ਤਿਉਂ ਬਣੇ ਹੋਏ ਨੇ। ਤਾਂ ਬਲਦੀਪ ਜੀ, ਪਹਿਲਾਂ ਆਪਾਂ ਮੈਨੂੰ ਲੱਗਦਾ ਇਸ ਤੇ ਗੱਲ ਕਰ ਲਈਏ। ਜੀ ਬਿਲਕੁਲ ਨਵਦੀਪ, ਪਿਛਲੇ ਦਿਨਾਂ ਤੋਂ ਲਗਾਤਾਰ ਬਾਰਿਸ਼ ਜਿਹੜੀ ਆ ਹੋ ਰਹੀ ਹੈ। ਕੱਲ ਸਾਰਾ ਦਿਨ ਬਾਰਿਸ਼ ਜਿਹੜੀ ਆ ਹੁੰਦੀ ਰਹੀ ਹੈ, ਪਰਸੋਂ ਵੀ ਇਸੇ ਤਰੀਕੇ ਦਾ ਮੌਸਮ ਬਣਿਆ ਹੋਇਆ ਔਰ ਇਸ ਦੇ ਨਾਲ ਸਭ ਤੋਂ ਜ਼ਿਆਦਾ ਅਸਰ ਜਿਹੜਾ ਪੈ ਰਿਹਾ ਉਹ ਕਿਸਾਨਾਂ ਦੇ ਉੱਪਰ ਪੈ ਰਿਹਾ, ਫਸਲ ਦੇ ਉੱਪਰ ਪੈ ਰਿਹਾ। ਜਿਹੜੀ ਝੋਨੇ ਦੀ ਫਸਲ ਹੈ ਉਹ ਪੱਕੀ ਹੋਈ ਹੈ ਜਾਂ ਫਿਰ ਮੰਡੀਆਂ ਦੇ ਵਿੱਚ ਜਿਹੜੀ ਪਹੁੰਚੀ ਹੈ, ਕਿਉਂਕਿ ਮੰਡੀਆਂ ਦੇ ਵਿੱਚ ਕੋਈ ਜ਼ਿਆਦਾ ਸਾਂਭ ਸੰਭਾਲ ਦਾ ਪ੍ਰਬੰਧ ਨਹੀਂ ਹੈਗਾ। ਇਹ ਨਹੀਂ ਕਿ ਇਸ ਸਰਕਾਰ ਦੇ ਵੇਲੇ ਇਹ ਚੀਜ਼ ਹੋਈ ਹੈ, ਪਹਿਲਾਂ ਵੀ ਇਹ ਤਸਵੀਰਾਂ ਆਪਾਂ ਆਮ ਦੇਖਦੇ ਰਹੇ ਹਾਂ ਕਿ ਬਾਰਿਸ਼ ਹੁੰਦੀ ਸੀ ਤਾਂ ਕਣਕ ਦੀ ਫਸਲ ਜਾਂ ਝੋਨੇ ਦੀ ਫਸਲ ਹੈ ਜਿਹੜੀ ਮੰਡੀਆਂ 'ਚ ਪਈ ਖਰਾਬ ਹੋ ਜਾਂਦੀ ਸੀ। ਉਹੀ ਹਾਲਾਤ ਹੁਣ ਵੀ ਉਹੀ ਨੇ, ਬਦਲਿਆ ਕੁਝ ਵੀ ਨਹੀਂ, ਬੇਸ਼ੱਕ ਸਰਕਾਰਾਂ ਬਦਲ ਗਈਆਂ ਨੇ। ਤਾਂ ਉਹ ਇੱਕ ਚੀਜ਼ ਜ਼ਰੂਰ ਹੈਗੀ ਆ। ਪਰ ਨਵਦੀਪ, ਕੁਦਰਤ ਬੜੀ ਬੇਅੰਤ ਹੈ। ਕੁਦਰਤ ਬੰਦਾ ਗਿਲਾ ਕਰਦਾ ਕੁਦਰਤ ਦੇ ਨਾਲ ਕਿ ਅਗਰ ਤਾਂ ਮੀਂਹ ਨਹੀਂ ਪੈਂਦਾ ਤਾਂ ਵੀ ਬੰਦੇ ਦਾ ਗਿਲਾ ਕੁਦਰਤ ਦੇ ਨਾਲ, ਅਗਰ ਮੀਂਹ ਪੈ ਜਾਵੇ ਤਾਂ ਵੀ ਗਿਲਾ ਕੁਦਰਤ ਦੇ ਨਾਲ ਕਿ ਮੀਂਹ ਕਿਉਂ ਪੈ ਗਿਆ ਹੈਗਾ। ਹੁਣ ਗੱਲ ਇਹ ਹੈ ਕਿ ਕੁਦਰਤ ਜਿਹੜੀ ਆ ਉਹ ਕੱਲਾ ਬੰਦੇ ਬਾਰੇ ਨਹੀਂ ਸੋਚਦੀ। ਬੰਦਾ ਬੇਸ਼ੱਕ ਕੱਲਾ ਆਪਣੇ ਬਾਰੇ ਸੋਚਦਾ, ਕੁਦਰਤ ਕੱਲੀ ਬੰਦੇ ਬਾਰੇ ਨਹੀਂ ਸੋਚਦੀ। ਜਿਹੜੇ ਹੋਰ ਵੀ ਜੀਵ ਜੰਤੂ ਨੇ, ਪਤਾ ਨਹੀਂ ਉਹ ਕਿੰਨੇ ਕੁ ਪਿਆਸੇ ਹੋਣਗੇ ਜਾਂ ਉਹਨਾਂ ਲਈ ਪਾਣੀ ਦਾ ਕੋਈ ਪ੍ਰਬੰਧ ਹੋਏਗਾ ਜਾਂ ਨਹੀਂ ਹੋਏਗਾ, ਕੁਦਰਤ ਉਸ ਬਾਰੇ ਵੀ ਸੋਚਦੀ ਹੈ। ਇਹ ਬੰਦੇ ਨੇ ਆਪਣੇ ਬਾਰੇ ਸੋਚਣਾ ਕਿ ਮੈਂ ਉਸ ਕੁਦਰਤ ਜਿਹੜਾ ਚਾਹੇ ਮੀਂਹ ਪੈ ਰਿਹਾ ਚਾਹੇ ਹਨੇਰੀ ਆ ਰਹੀ ਆ, ਮੈਂ ਉਸ ਨੂੰ ਟੈਕਲ ਕਿਵੇਂ ਕਰਨਾ ਜਾਂ ਮੈਂ ਆਪਣਾ ਪ੍ਰਬੰਧ ਕਿਵੇਂ ਕਰਨਾ। ਸੋ ਉਹ ਪ੍ਰਬੰਧ ਜਿਹੜਾ ਉਹ ਬੰਦਾ ਕਰੇ, ਬੰਦਾ ਦੇਖੇ ਜਾਂ ਸਰਕਾਰਾਂ ਦੇਖਣ। ਜਿਹੜੀਆਂ ਸਰਕਾਰਾਂ ਚੁਣੀਆਂ ਜਾਂਦੀਆਂ ਨੇ, ਜਿਹੜੇ ਰਾਜੇ ਬੈਠੇ ਨੇ ਤਖਤਾਂ ਦੇ ਉੱਪਰ, ਉਹ ਦੇਖਣ ਕਿ ਉਹ ਪ੍ਰਬੰਧ ਕਿਸ ਤਰੀਕੇ ਦੇ ਨਾਲ ਕਰਨਾ ਹੈਗਾ। ਸੋ ਕੁਦਰਤ ਬੇਅੰਤ ਹੈ ਨਵਦੀਪ। ਕੁਦਰਤ ਅਗਰ ਉਹਦਾ ਰੱਬ ਪਰਮਾਤਮਾ ਦੀ ਮਰਜ਼ੀ ਹੈ, ਅਗਰ ਮੀਂਹ ਉਹ ਪਾਉਣਾ ਚਾਹੁੰਦਾ ਹੈਗਾ ਤਾਂ ਪਾ ਰਿਹਾ। ਉਹਦੇ ਨਾਲ ਜਿਹੜੇ ਹੋਰ ਜੀਵ ਜੰਤੂ ਨੇ ਜਿਨ੍ਹਾਂ ਨੂੰ ਪਾਣੀ ਦੀ ਲੋੜ ਹੈਗੀ ਹੈ, ਕਿਉਂਕਿ ਜ਼ਾਹਿਰ ਜੀ ਗੱਲ ਹੈ ਕਿ ਅਸੀਂ ਤਾਂ ਆਪਣੇ ਘਰਾਂ ਨੂੰ ਟੂਟੀਆਂ ਲਾ ਲਈਆਂ ਨੇ, ਟੈਂਕੀਆਂ 'ਚ ਪਾਣੀ ਪਹੁੰਚਾ ਲਿਆ ਹੈ, ਪਰ ਉਹ ਜੀਵ ਜੰਤੂ ਨੇ ਜਿਹੜੇ ਉਹਨਾਂ ਦੀ ਸਾਰ ਜਿਹੜੀ ਆ ਉਹ ਪਰਮਾਤਮਾ ਨੇ ਲੈਣੀ ਆ। ਬੰਦਾ ਵੀ ਉਹਦੀ ਸਾਰ ਲੈਣ ਜੋਗਾ, ਬੰਦਾ ਆਪਣਿਆਂ ਦੀ ਸਾਰ ਲੈਣ ਜੋਗਾ ਹੈ ਨਹੀਂ, ਉਹ ਜੀਵ ਜੰਤੂਆਂ ਦੀ ਤਾਂ ਦੂਰ ਦੀ ਗੱਲ ਹੈਗੀ ਆ। ਤਾਂ ਪਰ ਜੇ ਹੁਣ ਆਪਾਂ ਗੱਲ ਕਰੀਏ ਕਿ ਮੀਂਹ ਕਾਰਨ ਨੁਕਸਾਨ ਹੋ ਰਿਹਾ ਜਾਂ ਕੱਚੇ ਘਰ ਨੇ ਉਹਨਾਂ ਨੂੰ ਨੁਕਸਾਨ ਹੋ ਰਿਹਾ, ਤਾਂ ਉਹ ਇੱਕ ਬੰਦੇ ਦੀ ਚਿੰਤਾ ਹੈਗੀ ਆ। ਬੰਦਾ ਦੇਖੇ ਜਾਂ ਸਰਕਾਰਾਂ ਦੇਖਣ। ਹੁਣ ਫਸਲਾਂ ਦੀ ਗੱਲ ਜੇ ਕਰੀਏ ਤਾਂ ਫਸਲਾਂ ਦਾ ਆਪਾਂ ਗੱਲ ਕਰ ਰਹੇ ਸੀ, ਨੁਕਸਾਨ ਤਾਂ ਹੋ ਹੀ ਰਿਹਾ। ਜੋ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਪਹੁੰਚੀ ਹੈ, ਮੈਂ ਕੱਲ ਪਰਸੋਂ ਹੀ ਖਬਰ ਦੇਖ ਰਿਹਾ ਸੀ ਕਿ ਰਾਜਪੁਰਾ ਮੰਡੀ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੀ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਹੈਗਾ। ਔਰ ਇੱਥੋਂ ਤੱਕ ਜਿਹੜੀ ਖੜੀ ਫਸਲ ਹੈਗੀ ਆ ਉਹ ਵੀ, ਕਿਉਂਕਿ ਲਗਾਤਾਰ ਮੀਂਹ ਪੈਣ ਦੇ ਕਰਕੇ ਜਿਹੜਾ ਉਹ ਕਈ ਥਾਂ ਵਿਛ ਗਈ ਆ ਫਸਲ, ਤਾਂ ਉਹ ਨੁਕਸਾਨ ਹੈਗਾ। ਇਸ ਤੋਂ ਪਹਿਲਾਂ ਇਹ ਹੁਣ ਬਾਰਿਸ਼ ਕਰਕੇ ਨੁਕਸਾਨ ਹੋ ਗਿਆ। ਇਸ ਤੋਂ ਪਹਿਲਾਂ ਜਿਹੜਾ ਉਹ ਚਾਈਨਾ ਵਾਇਰਸ ਸੀਗਾ ਉਹਦੇ ਕਰਕੇ 6 ਜ਼ਿਲ੍ਹੇ ਪ੍ਰਭਾਵਿਤ ਹੋਏ ਨੇ। 6 ਜ਼ਿਲ੍ਹਿਆਂ ਦੇ ਵਿੱਚ ਪ੍ਰਭਾਵਿਤ ਹੋਣ ਕਰਕੇ ਕਿਹਾ ਜਾ ਰਿਹਾ ਕਿ 10 ਤੋਂ 15% ਦੀ ਜਿਹੜਾ ਝਾੜ ਹੈ ਉਸ ਦੇ ਵਿੱਚ ਕਮੀ ਆਏਗੀ। ਫਤਿਹਗੜ੍ਹ ਸਾਹਿਬ ਦਾ ਇਲਾਕਾ ਕਹਿ ਲਈਏ, ਪਠਾਨਕੋਟ ਦਾ ਇਲਾਕਾ ਕਹਿ ਲਈਏ, ਗੁਰਦਾਸਪੁਰ ਦਾ ਇਲਾਕਾ ਕਹਿ ਲਈਏ, ਪਠਾਨਕੋਟ ਦੇ ਵਿੱਚ ਕਿਹਾ ਜਾ ਰਿਹਾ ਕਿ 20-25% ਜਿਹੜੀ ਝੋਨੇ ਦੀ ਫਸਲ ਹੈਗੀ ਆ ਉਹ ਖਰਾਬ ਹੋ ਚੁੱਕੀ ਹੈ ਚਾਈਨਾ ਵਾਇਰਸ ਦੇ ਕਾਰਨ। ਸੋ ਇੱਕ ਹਿਸਾਬ ਨਾਲ ਕਹਿ ਲਈਏ ਕਿ ਜ਼ਿਮੀਂਦਾਰਾਂ ਦੇ ਉੱਪਰ, ਕਿਸਾਨਾਂ ਦੇ ਉੱਪਰ ਕਹਿ ਲਓ ਕਿ ਕੁਦਰਤ ਨਾਰਾਜ਼ ਹੀ ਹੈ। ਚਾਹੇ ਮੀਂਹ ਕਰਕੇ ਆਪਾਂ ਕਹਿ ਲਈਏ, ਚਾਹੇ ਆਪਾਂ ਕਹਿ ਲਈਏ ਕਿ ਕੋਈ ਵਾਇਰਸ ਆ ਗਿਆ ਜਾਂ ਕੋਈ ਬਿਮਾਰੀ ਪੈ ਗਈ। ਇਹ ਤੋਂ ਪਹਿਲਾਂ ਚਿੱਟੀ ਮੱਖੀ ਦਾ ਜਿਹੜਾ ਆਪਾਂ ਅਸਰ ਦੇਖਿਆ ਹੈਗਾ, ਗੁਲਾਬੀ ਸੁੰਡੀ ਦਾ ਨਰਮੇ ਦੀ ਫਸਲ ਤੇ ਅਸਰ ਦੇਖਿਆ। ਪਰ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਬੇਸ਼ੱਕ ਇਹ ਚੀਜ਼ਾਂ ਹੋ ਰਹੀਆਂ ਨੇ, ਪਰ ਉਹ ਸਰਕਾਰਾਂ ਹੀ ਉਸ ਚੀਜ਼ ਨੂੰ ਹੈਂਡਲ ਕਰਨਗੀਆਂ ਜਿਨ੍ਹਾਂ ਨੂੰ ਕਰਨਾ ਚਾਹੀਦਾ। ਜੀ ਬਿਲਕੁਲ। ਤੇ ਕਾਲਰ ਵੀ ਸਾਡੇ ਨਾਲ ਬਣ ਗਏ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਪਿਆਰਾ ਸਿੰਘ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਵੈਸੇ ਤਾਂ ਮੈਂ ਪੂਰਾ ਮੁੱਦਾ ਸਮਝ ਨਹੀਂ ਸਕਿਆ ਹੈਗਾ, ਪਰ ਇੰਨਾ ਕਿ ਲੱਗਦਾ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਦੀ ਚਿੰਤਾ ਕਰਦੇ ਆ। ਇਹ ਕੋਈ ਪੰਜਾਬ ਦੇ ਕਿਸਾਨਾਂ ਦੇ ਕੁਦਰਤ ਵੱਲੋਂ ਕੋਈ ਕੁਰੂਪੀ ਆਜੂ ਆ, ਚਾਹੇ ਉਹ ਸੈਂਟਰ ਸਰਕਾਰ ਦੇ, ਚਾਹੇ ਪੰਜਾਬ ਸਰਕਾਰ ਦੇ, ਚਾਹੇ ਲੀਡਰਾਂ ਦੇ ਕਰਕੇ ਆਜੂ ਆ, ਚਾਹੇ ਮੌਸਮਾਂ ਕਰਕੇ ਆਜੀ ਹੈ ਕਿ ਪੰਜਾਬ ਦਾ ਜ਼ਿਮੀਂਦਾਰ ਹਰ ਪਾਸੋਂ ਘਾਟੇ ਵਿੱਚ ਜਾ ਰਿਹਾ ਹੈ।
ਇਹ ਦੇਖੋ ਗੁਰੂ ਮਹਾਰਾਜ ਇਹਨਾਂ ਨੂੰ ਕਰ ਸਕਦਾ, ਬਾਕੀ ਤਾਂ ਕਿਸਾਨ ਸਾਰੇ ਪਾਸੇ ਫੇਲ ਹੋ ਜਾਂਦੇ, ਕਿਉਂਕਿ ਕਿਸਾਨ ਤੇ ਮਾਰ ਹੀ ਇੰਨੀ ਪੈ ਰਹੀ ਆ ਜਿਹਦਾ ਕੋਈ ਹਿਸਾਬ ਨਹੀਂ ਹੈਗਾ। ਬਾਕੀ ਤੁਸੀਂ ਹੱਲ ਕਰ ਸਕਦੇ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਤਾਂ ਗੱਲਾਂ ਉੱਥੇ ਹੀ ਆ ਜਾਂਦੀਆਂ ਨੇ ਕਿ ਮਾਰ ਹੀ ਐਸੀ ਪੈ ਰਹੀ ਹੈ ਜਿਸ ਦਾ ਕੋਈ ਹੱਲ ਹੀ ਨਹੀਂ ਹੈ। ਤਾਂ ਲਾਰੇ ਤੇ ਲਾਰੇ ਆ ਜਿਹੜੇ ਉਹ ਸਰਕਾਰਾਂ ਲਾਉਂਦੀਆਂ ਨੇ, ਪਰ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਕਹਿੰਦੇ ਕਿਸਾਨਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਕਿ ਕਿਸਾਨਾਂ ਨੂੰ ਪਤਾ ਹੈ ਵੀ ਕਿਹੜੇ ਏਰੀਏ ਦੇ ਵਿੱਚ ਜੀਰੀ ਹੋ ਸਕਦੀ ਹੈ, ਕਿਹੜੇ ਦੇ ਵਿੱਚ ਜਿਹੜੀ ਹੈਗੀ ਆ ਨਰਮਾ ਕਪਾਹ ਬੀਜ ਸਕਦੇ ਨੇ, ਕਿੱਥੇ ਕਣਕ ਬੀਜੀ ਜਾ ਸਕਦੀ ਹੈ। ਪਰ ਉਹ ਆਪਣੇ ਮੁਨਾਫੇ ਦੇ ਲਈ ਜਦੋਂ ਦੂਜੀ ਫਸਲ ਬੀਜ ਦਿੰਦੇ ਨੇ ਤਾਂ ਉਹਨਾਂ ਨੂੰ ਨੁਕਸਾਨ ਝੱਲਣਾ ਹੀ ਪੈਂਦਾ ਹੈ। ਨਵਦੀਪ ਉਹ 'ਚ ਕਰਨੀ ਵੀ ਕੀ ਹੋ? ਬੜਾ ਸਵਾਲ ਤਾਂ ਇਹ ਹੈ ਨਾ, ਮੁਨਾਫੇ ਦੇ ਲਈ ਹੁਣ ਕੋਈ ਬੰਦਾ ਘਾਟੇ ਦੇ ਲਈ ਤਾਂ ਕੋਈ ਕੰਮ ਨਹੀਂ ਕਰਦਾ ਨਾ। ਜ਼ਾਹਿਰ ਗੱਲ ਹੈ ਕਿ ਹਰ ਬੰਦਾ ਮੁਨਾਫਾ ਹੀ ਸੋਚਦਾ ਹੈ ਕਿ ਮੇਰਾ ਮੁਨਾਫਾ ਹੀ ਹੋਵੇ, ਚਾਹੇ ਕੋਈ ਦੁਕਾਨਦਾਰ ਹੈ, ਚਾਹੇ ਕੋਈ ਬਿਜ਼ਨਸਮੈਨ ਹੈ, ਕੋਈ ਵੀ ਬੰਦਾ, ਮੈਂ ਨੌਕਰੀ ਕਰਦਾ, ਕੋਈ ਹੋਰ ਕਰਦਾ, ਉਹ ਇਹੀ ਹਿਸਾਬ ਲਾਏਗਾ ਐਟ ਦੇ ਐਂਡ ਆਫ ਦਾ ਡੇ, ਤਾਂ ਇਹੀ ਸੋਚੇਗਾ ਨਾ ਕਿ ਮੈਨੂੰ ਬਚਦਾ ਕੀ ਹੈ। ਤੋ ਬਚਦਾ, ਜਿੱਥੇ ਬਚਣ ਵਾਲੀ ਗੱਲ ਆਉਂਦੀ ਹੈ, ਮਾਰਕੀਟ ਦਾ ਹਿਸਾਬ ਹੀ ਸਰਕਾਰਾਂ ਨੇ ਇਦਾਂ ਦਾ ਬਣਾਇਆ ਹੋਇਆ ਹੈ ਕਿ 2 ਹੀ ਫਸਲਾਂ ਨੇ ਜਿਨ੍ਹਾਂ ਦੇ ਉੱਪਰ MSP ਮਿਲਦੀ ਹੈ। ਕਿਸਾਨਾਂ ਨੂੰ ਇਹ ਗੱਲ ਹੁੰਦੀ ਹੈ ਕਿ ਦੇਖੋ ਜੀ ਯਾਰ ਵੀ 2 ਹੀ ਫਸਲਾਂ ਨੇ, ਇਹਨਾਂ ਦੇ ਉੱਪਰ ਹੀ ਸਾਨੂੰ ਗਰੰਟਿਡ ਰੇਟ ਮਿਲਣਾ ਹੈ, ਇਹੀ ਬੀਜੋ ਤਾਂ ਹੀ ਸ਼ਾਇਦ ਥੋੜਾ ਮੋਟਾ ਲਾਹਾ ਜਿਹੜਾ ਉਹ ਹੋ ਸਕੇ। ਬਾਕੀ ਫਸਲਾਂ ਦਾ ਰੇਟ ਹੀ ਨਹੀਂ ਪਤਾ। ਮੈਂ ਅੱਜ ਇੰਨਾ 1 ਲੱਖ ਰੁਪਇਆ ਖਰਚਾ ਕਰਕੇ ਕੋਈ ਫਸਲ ਬੀਜ ਲਈ ਹੈ, ਕੱਲ ਨੂੰ ਮੈਨੂੰ ਉਹਦੇ ਝਾੜ ਦੇ ਵਿੱਚੋਂ ਮੈਨੂੰ 50,000 ਰੁਪਇਆ ਬਚਦਾ ਜਾਂ 50,000 ਦੀ ਮੇਰੀ ਉਹ ਜਾਂਦੀ ਹੈਗੀ ਆ, ਮੈਨੂੰ ਤਾਂ 50,000 ਦਾ ਲਾਸ ਹੈ ਨਾ। ਉਹ ਜਿਸ ਦਾ ਫਿਊਚਰ ਹੀ ਨਹੀਂ ਪਤਾ ਕਿ ਉਹ ਫਸਲ ਮੈਂ ਬੀਜ ਲਈ ਹੈ, ਮੈਨੂੰ ਉਸ ਦਾ ਫਿਊਚਰ ਹੀ ਨਹੀਂ ਪਤਾ ਵੀ ਉਹ ਮੰਡੀ ਦੇ ਵਿੱਚ ਕਿਹੜੇ ਭਾਅ ਲੱਗਣੀ ਹੈ, ਕੀ ਹੋਏਗਾ ਕੀ ਨਹੀਂ ਹੋਏਗਾ। ਉਹ ਡੈਫੀਨੇਟਲੀ ਗੱਲ ਹੈ ਕਿ ਕਿਸਾਨ ਨੇ ਜਿਹੜੇ ਫਿਰ ਉਹ ਰਵਾਇਤੀ ਫਸਲਾਂ ਜਿਹੜੀਆਂ ਝੋਨਾ ਤੇ ਕਣਕ ਹੈਗੀ ਆ ਵੀ ਇਹਦੇ ਉੱਪਰ ਤਾਂ ਗਰੰਟਿਡ MSP ਮਿਲ ਹੀ ਜਾਣੀ ਹੈ। ਆਪਾਂ ਇਹ ਤਾਂ ਗੱਲ ਹੁਣ ਪੂਰੀ ਤਰੀਕੇ ਨਾਲ ਜ਼ਾਹਰ ਹੋ ਗਈ ਨਾ ਕਿ ਇੱਕ ਐਡਾ ਲੰਬਾ ਅੰਦੋਲਨ ਚੱਲਿਆ, ਉਹ ਕਿਸ ਲਈ ਚੱਲਿਆ? ਉਹ MSP ਲਈ ਚੱਲਿਆ। ਉਹ ਹਾਲੇ ਵੀ ਉਹ ਮੰਗ ਉਸੇ ਤਰੀਕੇ ਨਾਲ ਖੜੀ ਹੈਗੀ ਆ। ਇਹ ਤਾਂ ਹੁਣ ਤਕਰੀਬਨ ਬੱਚੇ ਨੂੰ ਪਤਾ ਹੈਗੀ ਹੈ ਇਹ ਗੱਲ ਕਿ MSP ਜਿਹੜੀ ਆ ਉਹ ਕਿਸਾਨ ਨੂੰ ਮੰਗਦੇ ਨੇ ਕਿ ਸਾਨੂੰ ਗਰੰਟਿਡ ਪ੍ਰਾਈਸ ਤਾਂ ਦੇ ਦਿਓ ਕਿ ਅਸੀਂ ਕੋਈ ਫਸਲ, ਆਲੂ ਬੀਜੇ ਨੇ, ਪਿਆਜ਼ ਬੀਜੇ ਆ, ਗੋਭੀ ਬੀਜੀ ਆ, ਕੁਝ ਵੀ ਅਸੀਂ ਬੀਜਣ ਲਈ ਤਿਆਰ ਹੈ। ਉਹ ਕਹਿੰਦੇ ਵੀ ਮੂੰਗੀ ਦੀ ਫਸਲ ਵੀ ਬੀਜਣ ਲਈ ਤਿਆਰ ਹੈ, ਪਰ ਸਾਨੂੰ ਗਰੰਟਿਡ ਪ੍ਰਾਈਸ ਤਾਂ ਦੇ ਦਿਓ। ਅਸੀਂ ਉਹ ਘੱਟੋ ਘੱਟ ਇਹ ਤਾਂ ਹੋ ਜਾਏ ਕਿ ਇਹ ਤੋਂ ਥੱਲੇ ਨਹੀਂ ਮਿਲੇਗਾ। ਉਹ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ। ਆਪਾਂ ਤਸਵੀਰਾਂ ਆਮ ਦੇਖਦੇ ਹਾਂ ਨਵਦੀਪ ਕਿ ਜਦੋਂ ਕੋਈ ਫਸਲ ਦਾ ਰੇਟ ਜਿਹੜਾ ਗਿਰ ਜਾਂਦਾ ਤਾਂ ਕਿਸਾਨ ਖੜੀ ਫਸਲ ਵਾਹ ਦਿੰਦੇ ਨੇ। ਬਿਲਕੁਲ। ਪਿੱਛੇ ਜੇ ਆਲੂਆਂ ਦੀ ਫਸਲ ਜਿਹੜੀ ਆ ਉਹ ਕਈ ਕਿਸਾਨਾਂ ਨੇ ਵਾਹੀ ਸੀਗੀ। ਇਸੇ ਤਰੀਕੇ ਨਾਲ ਕਈ ਫਸਲਾਂ ਨੇ ਜਿਹੜੀਆਂ ਉਹ ਤਸਵੀਰਾਂ ਆਉਂਦੀਆਂ ਨੇ, ਖਬਰਾਂ ਆਉਂਦੀਆਂ ਨੇ ਕਿ ਕਿਸਾਨਾਂ ਨੇ ਕਿ ਮੁੱਲ ਹੀ ਹੈ ਨਹੀਂਗਾ, ਉਹ ਫਸਲ ਹੀ ਵਾਹ ਦਿਓ। ਜੀ। ਤੋ ਇਹ ਚੀਜ਼ ਹੁਣ ਜਿਹੜੀਆਂ ਸਰਕਾਰਾਂ ਚੁਣੀਆਂ ਜਾਂਦੀਆਂ ਨੇ ਜਾਂ ਫਿਰ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹ ਆਪਸ ਬੈਠ ਕੇ ਤੈਅ ਕਰਨ ਕਿ ਕਿਸ ਤਰੀਕੇ ਨਾਲ ਇਹਨੂੰ ਬਿਹਤਰ ਕੀਤਾ ਜਾ ਸਕਦਾ, ਕਿਸਾਨਾਂ ਦਾ ਵੀ ਨੁਕਸਾਨ ਨਾ ਹੋਵੇ, ਜਿਹੜਾ ਫਸਲ ਖਰੀਦ ਰਿਹਾ ਉਹਦਾ ਵੀ ਨੁਕਸਾਨ ਨਾ ਹੋਵੇ, ਸਰਕਾਰ ਵੀ ਠੀਕ ਰਹੇ। ਜੀ ਬਿਲਕੁਲ। ਤੇ ਕਾਲਰ ਵੀ ਸਾਡੇ ਨਾਲ ਬਣ ਗਏ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਔਨਰ ਹੋ ਤੁਸੀਂ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਮੈਂ ਬਲਦੇਵ ਸਿੰਘ ਚੀਨਾ ਬੋਲ ਰਿਹਾ US ਤੋਂ ਜੀ। ਸਵਾਗਤ ਹੈ ਜੀ ਤੁਹਾਡਾ। ਹਾਂਜੀ ਕਾਂਗਰਸ ਸਾਹਿਬ ਤੇ ਨਵਦੀਪ ਜੀ, ਇਸ ਤਰ੍ਹਾਂ ਆ ਕਿ ਜਿਹੜਾ ਪਹਿਲੀ ਤੇ ਮੈਂ ਗੱਲ ਕਰਾਂਗਾ ਵੀ ਜਿਹੜੀ ਸ਼੍ਰੋਮਣੀ ਕਮੇਟੀ ਮਤਲਬ ਕਹਿ ਰਹੀ ਆ ਵੀ ਜਿਹੜੀ ਹਰਿਆਣਾ ਕਮੇਟੀ ਆ ਉਹ ਕਿਉਂ ਬਣੀ ਆ, ਕਿਉਂਕਿ ਪ੍ਰਬੰਧ ਜਿਹੜਾ ਉਹ ਇਹਨਾਂ ਦੇ ਵਿੱਚ ਕਮੀਆਂ ਹੋਈਆਂ। ਇਹਨਾਂ ਨੂੰ ਮਤਲਬ ਜਿਹੜੇ ਇਹ ਜਿਹੜਾ ਪੈਸਾ ਹੈਗਾ ਸੀ ਲੋਕਾਂ ਦਾ ਜਿਹੜਾ ਚੜਾਵੇ ਦਾ, ਉਹ ਇਹਨਾਂ ਨੇ ਪੈਸੇ ਦਾ ਉਹਦਾ ਗਲਤ ਇਸਤੇਮਾਲ ਕੀਤਾ। ਉਹਨੂੰ ਪੈਸੇ ਨੂੰ ਇਹਨਾਂ ਨੇ ਸਿਆਸਤ ਦੇ ਵਿੱਚ ਵਰਤਿਆ ਜਾਂ ਹੋਰ ਇਹਨਾਂ ਨੇ ਆਪਣੇ ਜਿਨ੍ਹਾਂ ਕੰਮਾਂ 'ਚ ਵਰਤਣਾ ਚਾਹੀਦਾ ਨਹੀਂ ਵਰਤਿਆ। ਸੋ ਇਹਨਾਂ ਦੇ ਮਾੜੇ ਪ੍ਰਬੰਧਨ ਕਰਨੇ ਹੀ ਫਿਰ ਉਹਨਾਂ ਨੇ ਇੱਕ ਵੱਖਰੀ ਕਮੇਟੀ ਬਣਾ ਲਈ। ਦੂਸਰਾ ਉਹਨਾਂ ਦਾ ਮਕਸਦ ਇਹ ਸੀ ਕਿ ਜਿਹੜੀ ਸਿੱਖ ਕੌਮ ਹੈ ਉਹਨੂੰ ਕਿਸ ਤਰ੍ਹਾਂ ਵੀ ਆਪਾਂ ਵੀਕ ਕਰਨਾ ਹੈ, ਕਮਜ਼ੋਰ ਕਰਨਾ ਆ, ਤੇ ਉਹ ਸਾਰਾ ਕੁਛ ਇਹਨਾਂ ਦੀ ਜਿਹੜੀ ਸ਼੍ਰੋਮਣੀ ਕਮੇਟੀ ਜਿਹਨਾਂ ਦੇ ਹੱਥ ਵਿੱਚ ਸੀ ਉਹਨਾਂ ਦੇ ਕਾਰਨ ਕਰਕੇ ਹੋਇਆ ਜੀ। ਦੂਸਰਾ ਜਿਹੜਾ ਪੰਜਾਬ ਨੂੰ ਜੁਰਮਾਨਾ ਕੀਤਾ ਵਾ ਉਹਨਾਂ ਨੇ 2000 ਤੋਂ ਮਤਲਬ 2000 ਕਰੋੜ ਤੋਂ ਉੱਪਰ ਜੁਰਮਾਨਾ ਕੀਤਾ ਆ। ਸੈਂਟਰ ਗੌਰਮੈਂਟ ਜਿੱਥੇ ਮਤਲਬ ਸਰਕਾਰਾਂ ਹੈਗੀਆਂ ਨੇ ਆਪੋਜੀਸ਼ਨ ਦੀਆਂ, ਤਰ੍ਹਾਂ ਪੰਜਾਬ ਦੇ ਉਹਨੂੰ ਕੀਤਾ 2000 ਕੀਤਾ, ਹਰਿਆਣੇ ਨੂੰ 3000 ਕਰੋੜ ਕੀਤਾ, ਤੇ ਯੂਪੀ ਜਿਹੜੀ ਏਡੀ ਵੱਡੀ ਸਟੇਟ ਆ ਉੱਥੇ ਕੋਈ ਪੋਲੂਸ਼ਨ ਨਹੀਂ ਹੈਗਾ, ਉੱਥੇ ਕੋਈ ਪ੍ਰਦੂਸ਼ਣ ਨਹੀਂ ਆ, ਉਹਨਾਂ ਨੂੰ ਸਿਰਫ 100 ਕਰੋੜ ਕੀਤਾ ਕਿਉਂਕਿ ਉੱਥੇ ਉਹਨਾਂ ਦੀ ਆਪਣੀ ਸਰਕਾਰ ਆ। ਜਿਹੜੀ ਇਹੋ ਜਿਹੀ ਪਾਲਿਸੀ ਆ ਮਤਲਬ ਸੈਂਟਰ ਗੌਰਮੈਂਟ ਦੀ
ਕਿ ਉਹਨਾਂ ਸਟੇਟਾਂ ਵਿੱਚ ਜਿੱਥੇ ਮਤਲਬ ਉਹਨਾਂ ਦੀ ਸਰਕਾਰ ਨਹੀਂ ਹੈਗੀ ਉੱਥੇ ਉਹਨਾਂ ਨੂੰ ਮਤਲਬ ਉਹਨਾਂ ਤੇ ਜੁਰਮਾਨੇ ਜ਼ਿਆਦਾ ਪਾਓ, ਤੇ ਜਿੱਥੇ ਆਪਣੀਆਂ ਸਰਕਾਰਾਂ ਹੈਗੀਆਂ ਉਹਨਾਂ ਨੂੰ ਜੁਰਮਾਨਾ ਘੱਟ ਪਾਓ। ਤੇ ਇਹ ਦੂਸਰੇ ਬੰਨੇ ਜਿਹੜਾ ਹੈਗਾ ਕਿ ਜਿਸ ਤਰ੍ਹਾਂ ਹੁਣ ਮਤਲਬ ਇੱਥੇ ਅਮਰੀਕਾ ਦੇ ਵਿੱਚ ਜਿਹੜੀ ਫੈਡਰਲ ਗੌਰਮੈਂਟ ਆ ਉਹ ਜਿਹੜੇ ਸਟੇਟ ਗੌਰਮੈਂਟ ਦੇ ਜਿਹੜਾ ਪ੍ਰਬੰਧ ਹੈਗਾ ਉਹਨਾਂ ਵਿੱਚ ਜ਼ਿਆਦਾ ਇੰਟਰਫੇਅਰ ਨਹੀਂ ਕਰਦੀ। ਉਹਨਾਂ ਦੇ ਕੋਲ ਇੰਨੇ ਫੰਡ ਨੇ ਇੱਥੇ ਸਟੇਟ ਗੌਰਮੈਂਟ ਦੇ ਕੋਲ ਕਿ ਉਹਨਾਂ ਨੂੰ ਮਤਲਬ ਸੈਂਟਰ ਗੌਰਮੈਂਟ ਅੱਗੇ ਹੱਥ ਨਹੀਂ ਅੱਡਣੇ ਪੈਂਦੇ। ਪਰ ਜਿੱਥੋਂ ਤੱਕ ਇੰਡੀਆ ਦਾ ਸਵਾਲ ਆ, ਇੱਥੇ ਜਿਹੜਾ ਜਿੰਨੀ ਹੁਣ GST ਸਾਰੀ ਲੈ ਜਾਂਦੀ ਹੈ ਖਿੱਚ ਕੇ ਸੈਂਟਰ ਗੌਰਮੈਂਟ, ਉਹਦਾ ਜਿਹੜਾ ਹਿੱਸਾ ਜਿਹੜੀਆਂ ਸਟੇਟਾਂ ਨੇ ਉਹ ਮੰਗਦੀਆਂ ਰਹਿੰਦੀਆਂ, ਉਹਨਾਂ ਨੂੰ ਦਿੰਦੇ ਨਹੀਂ ਹੈਗੇ। ਤੇ ਇਸ ਕਰਕੇ ਜਿਹੜਾ ਇਹ ਕੂੜਾ ਕਰਨ ਦਾ ਜਿਹੜਾ ਹੈਗਾ ਜਾਂ ਪ੍ਰਦੂਸ਼ਣ ਦਾ ਹੈਗਾ ਆ, ਉਹ ਇਕੱਲੇ ਇੱਕ ਜਿਹੜੀ ਸਟੇਟ ਹੈਗੀ ਆ ਉਹ ਸਰਕਾਰ ਹੈਗੀ, ਉੱਥੋਂ ਉਹਨਾਂ ਦੇ ਕੋਲ ਇੰਨੇ ਪ੍ਰਬੰਧ ਨਹੀਂ ਹੁੰਦੇ ਕਿ ਉਹ ਕਰ ਸਕਣ। ਤੇ ਇਹ ਉਹਨਾਂ ਚਾਹੀਦਾ ਜੇ ਸੈਂਟਰ ਗੌਰਮੈਂਟ ਵੀ ਉਹਨਾਂ ਨੂੰ ਮਦਦ ਕਰੇ, ਉਹਨਾਂ ਦੀ ਸਟੇਟ ਗੌਰਮੈਂਟ ਹੈਗੀ ਆ, ਤੇ ਉਹ ਪ੍ਰਦੂਸ਼ਣ ਦੂਰ ਹੋ ਸਕਦਾ ਜੀ। ਥੈਂਕ ਯੂ ਵੈਰੀ ਮਚ ਜੀ। ਬਹੁਤ ਬਹੁਤ ਧੰਨਵਾਦ ਸ਼ੀਨਾ ਸਾਹਿਬ, ਤੁਸੀਂ ਸਾਡੇ ਨਾਲ ਜੁੜੇ। ਚੰਗਾ ਲੱਗਦਾ ਕਿ ਜਦੋਂ ਸਾਡੇ ਦਰਸ਼ਕ ਨੇ ਕਾਲ ਕਰਦੇ ਨੇ, ਵੱਖੋ ਵੱਖਰੀਆਂ ਖਬਰਾਂ ਤੇ ਸਾਡੇ ਨਾਲ ਜੁੜਦੇ ਨੇ। ਪਰ ਉਸ ਤੋਂ ਪਹਿਲਾਂ ਜਿਹੜੇ ਅਗਲੇ ਕਾਲਰ ਲੈਣ ਤੋਂ ਪਹਿਲਾਂ ਆਪਾਂ ਵੀ ਆਪਣੀ ਜਿਹੜੀ ਗੱਲਬਾਤ ਹੈ ਉਸਨੂੰ ਆਪਾਂ ਕੰਪਲੀਟ ਕਰ ਲਈਏ। ਤੇ ਅਗਲੀ ਖਬਰ ਹੈ ਜਿਹੜੀ ਉਹ ਆਪਾਂ ਦਰਸ਼ਕਾਂ ਦੇ ਨਾਲ ਇੱਕ ਵਾਰ ਸਾਂਝੀ ਕਰ ਲਈਏ ਕਿ ਹਰਿਆਣਾ ਕਮੇਟੀ ਬਣਨ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਵਾਲ ਮਚ ਗਿਆ ਤੇ SGPC ਵੱਲੋਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਹੀਆਂ ਜਾ ਰਹੀਆਂ ਨੇ। ਤਾਂ ਕਈ ਗੱਲਾਂ ਨੇ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਪੰਥ ਦੇ ਵਿੱਚ ਏਕਾ ਨਹੀਂ ਰਹੇਗਾ, ਜਾਂ ਫਿਰ ਜਿੱਦਾਂ ਸ਼ੀਨਾ ਸਾਹਿਬ ਨੇ ਕਿਹਾ ਕਿ ਬਹੁਤ ਸਾਰੀਆਂ ਐਸੀਆਂ ਕਮੀਆਂ ਰਹਿ ਗਈਆਂ ਜਿਨ੍ਹਾਂ ਕਰਕੇ ਇਹ ਸਭ ਕੁਝ ਬਵਾਲ ਮਚ ਰਿਹਾ। ਤਾਂ ਵੰਡਾਂ ਪੈ ਰਹੀਆਂ ਨੇ ਬਲਦੀਪ ਜੀ, ਹੈ ਨਾ? ਐਵੇਂ ਨਹੀਂ ਲੱਗਦਾ ਕਿ ਪਹਿਲਾਂ ਜੇ ਆਪਾਂ ਗੱਲ ਕੀਤੀ ਜਾਵੇ ਕਿ 47 ਦੇ ਸਮੇਂ ਵੰਡ ਪੈ ਗਈ, ਫਿਰ ਆਪਸ ਦੇ ਵਿੱਚ ਧਰਮ ਦੇ ਨਾਮ ਤੇ ਵੰਡੀਆਂ ਪੈਣੀਆਂ ਸ਼ੁਰੂ ਕਰ ਦਿੱਤੀਆਂ, ਫਿਰ ਪੰਜਾਬ ਹਰਿਆਣੇ ਨੂੰ ਵੰਡ ਦਿੱਤਾ ਗਿਆ, ਵੱਡਾ ਸੂਬਾ ਸੀਗਾ ਉਸਨੂੰ ਸੂਬੀ ਦਾ ਰੂਪ ਦੇ ਦਿੱਤਾ ਗਿਆ, ਤੇ ਹੁਣ ਤਾਂ ਕਮੇਟੀਆਂ ਦੇ ਵਿੱਚ ਹੀ ਵੰਡਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ। ਨਵਦੀਪ, ਇਹ ਮਸਲਾ ਜਿਹੜਾ ਆਪਾਂ ਗੱਲ ਕਰਦੇ ਹਾਂ ਬਹੁਤ ਵਾਸਟ ਹੈ, ਬਹੁਤ ਵੱਡਾ ਹੈ। ਜਿੰਨਾ ਕੁ ਮੈਂ ਇਸ ਮਸਲੇ ਨੂੰ ਸਮਝਿਆ, ਔਰ ਜੜ੍ਹਾਂ ਬਹੁਤ ਡੂੰਘੀਆਂ ਨੇ। ਮੁੱਖ ਤੌਰ 'ਤੇ ਲੋਕ ਇੰਨੇ ਕੁ, ਜਾਂ ਮੀਡੀਆ ਵੀ ਕਹਿ ਲਓ ਜਾਂ ਨੈਸ਼ਨਲ ਮੀਡੀਆ, ਮੇਨ ਸਟ੍ਰੀਮ ਮੀਡੀਆ, ਉਹ ਮੁੱਖ ਤੌਰ 'ਤੇ ਦੇਖੋ ਜੀ ਉਹ ਕੋਰਟ ਦੇ ਵਿੱਚ ਉਹਨੂੰ ਇੱਦਾਂ ਕਹਿ ਦਿੱਤਾ, ਕਮੇਟੀ ਬਣ ਗਈ ਜੀ, ਉਹ ਦੂਜਾ ਹੋ ਗਿਆ ਜੀ, ਉੱਥੇ ਪ੍ਰਧਾਨ ਲਾਤਾ ਜੀ, ਇਹ ਹੋ ਗਿਆ ਜੀ, ਉਹ ਬਸ ਇੱਥੋਂ ਤੱਕ ਸੀਮਿਤ ਹੈਗਾ ਜੀ। 1920 ਦੇ ਵਿੱਚ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਉਂਦੀ ਹੈ। 1920 ਦੇ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਹੋਂਦ ਦੇ ਵਿੱਚ ਆਉਂਦਾ ਹੈਗਾ। ਨਵੰਬਰ ਦੇ ਵਿੱਚ ਸ਼੍ਰੋਮਣੀ ਕਮੇਟੀ ਔਰ ਦਸੰਬਰ ਦੇ ਵਿੱਚ ਜਿਹੜਾ ਅਕਾਲੀ ਦਲ। 1925 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਬਣਦਾ, ਗੁਰਦੁਆਰਾ ਜਿਹੜਾ ਪ੍ਰਬੰਧਕ ਐਕਟ 1925 ਦਾ ਹੈਗਾ, ਉਹ ਹੋਂਦ ਦੇ ਵਿੱਚ ਆਉਂਦਾ ਹੈਗਾ। ਉਸ ਤੋਂ ਬਾਅਦ ਕਿਉਂਕਿ ਉਸ ਵੇਲੇ ਜੁਆਇੰਟ ਸੀ, ਆਜ਼ਾਦੀ ਤੋਂ ਪਹਿਲਾਂ ਪਾਕਿਸਤਾਨ ਵੀ ਇਕੱਠਾ ਸੀ, ਹਰਿਆਣਾ ਸੀ, ਹਿਮਾਚਲ ਵੀ ਜਿਹੜੇ ਹਿੱਸੇ ਸੀਗੇ ਪੰਜਾਬ ਦਾ ਪਾਰਟ ਸੀਗੇ, ਤੇ ਇਸ ਕਰਕੇ ਉਹ ਜਿਹੜਾ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਉਹ ਐਕਟ ਬਣਿਆ ਉਸ ਦੇ ਅੰਤਰਗਤ ਆਇਆ ਜੀ। 1947 ਤੋਂ ਬਾਅਦ ਪਾਕਿਸਤਾਨ ਬਣ ਗਿਆ, ਬੰਗਲਾਦੇਸ਼ ਬਣ ਗਿਆ, ਹਿੰਦੁਸਤਾਨ ਬਣ ਗਿਆ। ਤੋ ਪਾਕਿਸਤਾਨ ਦੇ ਵਿੱਚ 72 ਸਾਡੇ ਗੁਰਦੁਆਰਾ ਸਾਹਿਬ ਨੇ ਜਿਹੜੇ ਉਹ ਪਾਕਿਸਤਾਨ ਦੇ ਵਿੱਚ ਚਲੇ ਗਏ ਤਕਰੀਬਨ, ਔਰ ਕੁਝ ਗੁਰਦੁਆਰਾ ਸਾਹਿਬ ਜਿਹੜੇ ਬੰਗਲਾਦੇਸ਼ ਦੇ ਵਿੱਚ ਸੀਗੇ ਉਹ ਉਧਰ ਚਲੇ ਗਏ। ਬਚਦਾ ਫਿਰ ਇੱਧਰਲਾ ਜਿਹੜਾ ਚੜ੍ਹਦੇ ਪੰਜਾਬ ਵਾਲਾ ਜੁਆਇੰਟ ਪੰਜਾਬ ਬਚ ਗਿਆ, ਜਿਸ 'ਚ ਹਰਿਆਣਾ ਆ ਗਿਆ ਤੇ ਹਿਮਾਚਲ ਦੇ ਕੁਝ ਹਿੱਸੇ ਆ ਗਏ। ਉਹਦੇ 'ਚੋਂ ਵੀ 1966 ਦੇ ਵਿੱਚ ਹਰਿਆਣਾ ਜਿਹੜਾ ਉਹ ਅੱਡ ਹੋ ਜਾਂਦਾ। ਉਸ ਤੋਂ ਬਾਅਦ ਰੀਆਰਗਨਾਈਜੇਸ਼ਨ ਐਕਟ 1966 ਹੋਣ ਦੇ ਵਿੱਚ ਆਉਂਦਾ ਹੈਗਾ, ਪੰਜਾਬ ਹਰਿਆਣਾ ਰੀਆਰਗਨਾਈਜੇਸ਼ਨ ਐਕਟ ਜਿਹੜਾ ਬਣਦਾ ਹੈਗਾ। ਉਹ ਐਕਟ ਕੀ ਕਹਿੰਦਾ? ਐਕਟ ਇਹ ਗੱਲ ਕਹਿੰਦਾ ਕਿ ਜਿਹੜੇ ਕਿ ਜਿੰਨੀ ਦੇਰ ਜਿਹੜੇ ਵਸੀਲੇ ਹੈਗੇ ਨੇ ਦੋਹਾਂ ਸੂਬਿਆਂ ਦੇ, ਉਹਨਾਂ ਦੇ ਮੁਤਲਕ ਦੋਹੇ ਸੂਬੇ ਆਪੋ ਆਪਣਾ ਕਾਨੂੰਨ ਨਹੀਂ ਬਣਾ ਲੈਂਦੇ, ਉਨੀ ਦੇਰ ਤੱਕ ਇੱਕ ਕਾਰਪੋਰੇਸ਼ਨ ਦੇ ਤੌਰ ਤੇ ਸੈਂਟਰ ਜਿਹੜਾ ਉਹਨਾਂ ਚੀਜ਼ਾਂ 'ਚ ਇੰਟਰਵੀਨ ਕਰੇਗਾ ਜੀ। ਤੋ ਉਸ ਦੇ ਵਿੱਚ ਮੁੱਖ ਤੌਰ ਤੇ ਆਪਾਂ ਕਹਿ ਲਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆ ਗਈ, ਉਸ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਜਾਂਦੀ ਆ, ਉਹਦੇ 'ਚ ਪੰਜਾਬ ਜਿਹੜੀ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਦੀ ਹੈਗੀ ਆ ਉਹ ਆ ਜਾਂਦੀ ਹੈਗੀ ਆ। ਤੋ ਉਸ 2000 ਹੁਣ ਗੱਲ ਜਿਹੜੀ ਇਹ ਹਰਿਆਣਾ ਕਮੇਟੀ ਵਾਲੀ ਛਿੜਦੀ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਛਿੜਦੀ ਹੈ, ਗੱਲ 2014 'ਚ ਸ਼ੁਰੂ ਹੁੰਦੀ ਹੈ। ਇਸ ਤੋਂ ਪਹਿਲਾਂ ਜਿਹੜਾ ਹਰਿਆਣੇ ਦੇ ਵਿੱਚ ਤਕਰੀਬਨ 48-50 ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਸੀਗਾ ਜੀ। 2014 ਦੇ ਵਿੱਚ ਕੀ ਹੁੰਦਾ ਹੈ ਕਿ ਹਰਿਆਣੇ ਦੇ ਵਿੱਚ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਹੁੰਦੀ ਹੈ, ਕਾਂਗਰਸ ਦੀ ਸਰਕਾਰ ਹੁੰਦੀ ਹੈ, ਭੁਪਿੰਦਰ ਸਿੰਘ ਹੁੱਡਾ ਮੁੱਖ ਮੰਤਰੀ ਹੁੰਦੇ ਨੇ। ਔਰ ਜਿਹੜਾ ਹਰਿਆਣੇ ਦੇ ਸਿੱਖਾਂ ਵੱਲੋਂ ਪਿਛਲੇ ਲਗਾਤਾਰ ਕਾਫੀ ਟਾਈਮ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇੱਕ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਾਡੀ ਕਮੇਟੀ ਜਿਹੜੀ ਆ ਉਹ ਵੱਖਰੀ ਕੀਤੀ ਜਾਵੇ, ਜਿਵੇਂ ਕਿ ਦਿੱਲੀ ਦੇ ਵਿੱਚ ਵੱਖਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਆ, ਉਸੇ ਤਰੀਕੇ ਨਾਲ ਹਰਿਆਣੇ 'ਚ ਬਣਾਈ ਜਾਵੇ। ਕਹਿੰਦੇ ਕਿ ਸਾਨੂੰ
ਜਿਹੜਾ ਬਣਦਾ ਹੱਕ ਹੈ ਹਰਿਆਣੇ ਦੇ ਸਿੱਖਾਂ ਦਾ ਜਾਂ ਨੁਮਾਇੰਦਗੀ ਹੈਗੀ ਆ ਉਹ ਨਹੀਂ ਮਿਲ ਰਹੀ, ਜਾਂ ਨਾਰਾਜ਼ਗੀ ਕਹਿ ਲਓ, ਕੁਝ ਵੀ ਕਹਿ ਲਓ, ਉਹਨਾਂ ਦੇ ਵਿੱਚ ਜਿਹੜੀ ਉਹ ਦੇਖੀ ਗਈ। 2014 ਦੇ ਵਿੱਚ ਕਿਉਂਕਿ ਜਿਹੜਾ ਰਿਲੀਜਨ ਹੈ ਨਾ, ਹੁਣ ਇੱਕ ਪੁਆਇੰਟ ਸਮਝਣ ਵਾਲਾ ਨਵਦੀਪ, ਇੱਥੇ ਜਿਹੜਾ ਰਿਲੀਜਨ ਹੈਗਾ ਉਹ ਸਟੇਟ ਲਿਸਟ ਦੇ ਵਿੱਚ ਆਉਂਦਾ ਹੈ ਜੀ। ਸੰਵਿਧਾਨ, ਭਾਰਤ ਦੇ ਸੰਵਿਧਾਨ ਦੇ ਤਹਿਤ 3 ਲਿਸਟਾਂ ਹੁੰਦੀਆਂ ਨੇ, ਸਟੇਟ ਲਿਸਟ, ਸੈਂਟਰ ਲਿਸਟ ਤੇ ਕਨਕਰੈਂਟ ਲਿਸਟ, ਜਿਹੜੀ ਸਾਂਝੀ ਲਿਸਟ ਹੁੰਦੀ ਹੈ ਸਟੇਟ ਤੇ ਸੈਂਟਰ ਦੀ। ਰਿਲੀਜਨ ਹੈ ਜਿਹੜਾ ਉਹ ਸਟੇਟ ਲਿਸਟ ਦੇ ਵਿੱਚ ਆਉਂਦਾ ਹੈਗਾ। ਰਿਲੀਜਨ ਨੂੰ ਲੈ ਕੇ ਸਟੇਟ ਜਿਹੜਾ ਉਹ ਕੋਈ ਵੀ ਕਾਨੂੰਨ ਜਿਹੜਾ ਉਹ ਬਣਾ ਸਕਦਾ, ਘੜ ਸਕਦਾ। ਉਸੇ ਦੇ ਤਹਿਤ ਹਰਿਆਣਾ ਨੇ ਜਿਹੜਾ ਆਪਣੀ ਅਸੈਂਬਲੀ ਦੇ ਵਿੱਚ ਮਤਾ ਪਾਸ ਕਰਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਉਹ ਐਕਟ ਬਣਾ ਦਿੱਤਾ, ਗਵਰਨਰ ਦੇ ਸਾਈਨ ਕਰਾ ਤੇ ਨੋਟੀਫਿਕੇਸ਼ਨ ਜਾਰੀ ਹੋ ਗਿਆ। ਉਸ ਨੂੰ ਲੈ ਕੇ ਫਿਰ ਇਹ ਦੋਹੇ ਧਿਰਾਂ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਉਹ ਜਿਹੜਾ ਉਹ ਕੋਰਟ ਦੇ ਵਿੱਚ ਚਲੇ ਗਏ। ਜਿਸ ਵੇਲੇ ਕੋਰਟ ਦੇ ਵਿੱਚ ਗਏ ਤਾਂ ਉਸ ਵੇਲੇ ਤੱਕ ਤਕਰੀਬਨ ਜਿਹੜਾ ਜਿੰਨਾ ਵੀ ਗੁਰਦੁਆਰਿਆਂ ਦਾ ਪ੍ਰਬੰਧ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ, ਉਹ ਉਹਨਾਂ ਕੋਲ ਹੀ ਰਿਹਾ। ਉਹਨਾਂ ਨੇ ਚੱਕ ਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਉਹਦੇ ਉੱਪਰ ਸਟੇ ਲਾਉਣੀ ਬਿਲਕੁਲ ਨਹੀਂ ਲਾਈ ਹੈਗੀ। ਜਿੰਨਾ ਪ੍ਰਬੰਧ ਇਹਨਾਂ ਕੋਲ ਰਿਹਾ, ਇਹਨਾਂ ਕੋਲ ਸੀ। ਮੇਰੇ ਖਿਆਲ ਸ਼ਾਇਦ 2 ਗੁਰਦੁਆਰਿਆਂ ਦਾ ਪ੍ਰਬੰਧ ਸੀ ਜਿਹੜਾ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸੀ। ਤਾਂ ਕੇਸ ਲਗਾਤਾਰ ਚੱਲਦਾ ਰਿਹਾ ਕੋਰਟ ਦੇ ਵਿੱਚ, ਔਰ ਹੁਣ ਕੋਰਟ ਨੇ ਜਾ ਕੇ ਫੈਸਲਾ ਇਹ ਸੁਣਾਇਆ ਕਿ ਅਸੀਂ ਜਿਹੜਾ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਕਾਇਦਾ ਤੌਰ ਮਾਨਤਾ ਦਿੰਦੇ ਆ, ਔਰ ਇਸ ਦੀ ਮਾਨਤਾ ਜਿਹੜੀ ਆ ਉਹ ਰੱਦ ਨਹੀਂ ਕੀਤੀ ਜਾ ਸਕਦੀ। ਹੁਣ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਮੁੱਚੀ ਅਕਾਲੀ ਦਲ ਇਹ ਤਰਕ ਦਿੰਦਾ ਕਿ ਦੇਖੋ ਜੀ, ਸਾਨੂੰ ਵੰਡਿਆ ਗਿਆ, ਜਿਹੜੀ ਸਿੱਖਾਂ ਦੀ ਏਕਤਾ ਹੈਗੀ ਆ ਜਿਹੜੀ ਆ ਉਹ ਵੰਡੀ ਗਈ ਹੈਗੀ ਆ, ਉਸ ਦਾ ਨੁਕਸਾਨ ਹੋਇਆ ਹੈਗਾ। ਇਹ ਚੀਜ਼ ਜਿਹੜੀ ਆ ਉਹ ਕਹਿ ਰਹੇ ਨੇ। ਔਰ ਮੈਂ ਪਿਛਲੇ ਦਿਨੀ ਦੇਖ ਵੀ ਰਿਹਾ ਸੀ ਕਿ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ, ਉਹ ਇਹ ਗੱਲ ਕਹਿ ਰਹੇ ਸੀ, ਕਹਿੰਦੇ ਕਿ ਅਸੀਂ ਹੁਣ ਰਿਵਿਊ ਪਟੀਸ਼ਨ ਜਿਹੜੀ ਆ ਸੁਪਰੀਮ ਕੋਰਟ ਦੇ ਵਿੱਚ ਦੁਬਾਰਾ ਜਿਹੜਾ ਉਹ ਦਾਇਰ ਕਰਾਂਗੇ। ਔਰ ਫਿਲਹਾਲ ਦੀ ਜਿਹੜੀ ਸਥਿਤੀ ਹੈ ਨਵਦੀਪ, ਉਹ ਇਹ ਹੈ ਕਿ ਬੇਸ਼ੱਕ ਮਾਨਤਾ ਜ਼ਰੂਰ ਮਿਲ ਗਈ ਹੈਗੀ ਆ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਪਰ ਨਾਲ ਦੀ ਨਾਲ ਉੱਥੇ ਹੁਣ ਪ੍ਰਧਾਨਗੀ ਦੀ ਜੰਗ ਵੀ ਤੇਜ਼ ਹੋ ਗਈ ਆ। ਰਾਤ ਦੀ ਖਬਰ ਹੈ ਕਿ ਬਲਜੀਤ ਸਿੰਘ ਦਾਦੂਵਾਲ, ਉਹਨਾਂ ਨੂੰ ਜਿਹੜੇ ਮੌਜੂਦਾ ਪ੍ਰਧਾਨ ਸੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਕੁਝ ਜਿਹੜੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਉਹਨਾਂ ਨੇ ਇਕੱਤਰਤਾ ਕਰਕੇ ਉਹਨਾਂ ਨੂੰ ਪ੍ਰਧਾਨਗੀ ਤੋਂ ਲਾਤਾ ਤੇ ਜਗਦੀਸ਼ ਸਿੰਘ ਝੀਂਡਾ ਨੂੰ ਪ੍ਰਧਾਨ ਜਿਹੜਾ ਉਹ ਬਣਾ ਦਿੱਤਾ ਹੈਗਾ ਜੀ। ਇਹ ਰਾਤ ਦੀ ਖਬਰ ਹੈਗੀ ਆ। ਮਤਲਬ ਬੇਸ਼ੱਕ ਬਣ ਗਈ ਹੈ ਕਮੇਟੀ, ਪਰ ਉੱਥੇ ਵੀ ਪ੍ਰਧਾਨਗੀ ਨੂੰ ਲੈ ਕੇ ਹੀ ਰੇੜਕਾ ਬਣਿਆ ਹੋਇਆ ਜੀ। ਬਿਲਕੁਲ, ਤੇ ਪ੍ਰਧਾਨਗੀ ਨੂੰ ਲੈ ਕੇ ਤਾਂ ਬਹੁਤ ਥਾਵੇਂ ਤੇ ਇਦਾਂ ਹੀ ਰੇੜਕਾ ਜਿਹੜਾ ਚੱਲਦਾ ਰਹਿੰਦਾ, ਪਰ ਖਬਰ ਹੈ ਜਿਹੜੀ ਬਹੁਤ ਅਹਿਮ ਹੈ, ਜਿਸ ਤੇ ਸਾਡੇ ਕਾਲਰ ਵੀ ਸਾਡੇ ਨਾਲ ਬਣ ਗਏ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਚਾਹਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਜੀ ਬੰਦੇਰ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਗੱਲ ਇਹ ਆ, ਇਹਨਾਂ ਨੇ ਜਿਹੜਾ ਕੀਤਾ ਧੱਕਾ ਕੀਤਾ ਕੌਮ ਨਾਲ, ਉਸ ਨਜ਼ਰੀਆ ਇਹ ਪਰੇ ਹੋਣ ਦਾ ਬਾਦਲਾਂ ਨੇ ਕਦੋਂ ਪੰਜਾਬ ਦਾ ਭਲਾ ਸੋਚਿਆ। ਜਦ ਤੋਂ ਇਹਨਾਂ ਨੇ ਹੱਥ 'ਚ ਬਾਗਡੋਰ ਆਈ ਯਾਰ, ਦੇਖੋ ਵੀ 78 'ਚ ਇਹਨਾਂ ਨੇ ਸ਼ਿਖਮਰ ਪਾਏ, 86 'ਚ ਨਕੋਦਰ ਇਹਨਾਂ ਨੇ ਕਾਂਡ ਕਰਾਇਆ, ਬਗਰਾੜੀ ਇਹਨੇ ਗਵਾਇਆ ਜੀ। ਕਿਹੜਾ ਟਾਈਮ ਹੋਇਆ ਜਿਹੜਾ ਗੁਰਦਾਸਪੁਰ ਮੁੰਡਾ ਮਾਰਿਆ, ਇੱਥੇ ਅਸ਼ੂਟ ਉਸ ਵੇਲੇ ਮਾਰੇ ਲੁਧਿਆਣੇ ਮੁੰਡਾ ਲੋਹਾਰੇ ਦਾ ਜੀ। ਜਿੰਨੇ ਮੁੰਡੇ ਮਰੇ ਇਹਨਾਂ ਦੇ ਹੋ ਰਹੇ, ਇਹਨੇ ਸਰਕਾਰ 'ਚ। ਦੂਜੀ ਗੱਲ, ਇਹ ਪੰਜਾਬ ਹਰਿਆਣਾ ਵੰਡਿਆ ਕਿ ਨਹੀਂ, ਸੈਂਟਰ ਦਾ ਵੰਡ ਕੇ ਦਿੱਤਾ। ਇਹ ਇਹਨੇ ਮੰਗ ਰੱਖੀ ਨਾ ਵੰਡਣ ਦੀ। ਤਾਂ ਹੈਲੋ ਜੀ 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 ਸੁਣ ਰਹੇ ਜੀ। ਮੋਰਚੇ ਇਹਨੇ ਲਾਇਆ ਨਾ, ਸੈਂਟਰ ਦਾ ਵੰਡ ਕੇ ਦਿੱਤਾ ਨਹੀਂ ਇਹਨਾਂ ਨੂੰ ਵੀ ਅੱਡ ਹੋ ਜਾਓ। ਇਹਨੇ ਟੁੱਟੇ ਕੀਤੇ ਨੇ ਪੰਜਾਬ ਹਰਿਆਣੇ ਦੇ ਜੀ। ਹਾਂ, ਇਹ ਹੁਣ ਗੋਲ ਕਾਨੂੰ ਲੜਦੇ ਮਰਦੇ ਨੇ, ਉਹ ਨਹੀਂ ਇਹਨੂੰ ਪੰਜਾਬ ਦਾ ਹਿੱਤ ਨਹੀਂ ਹੈਗਾ, ਨਾ ਇਹਨੂੰ ਕੌਮ ਦਾ ਹਿੱਤਾ, ਨਾ ਧਰਮ ਦਾ ਹੀ ਆ। ਤੁਸੀਂ ਚਲੋ ਕਾਲੇ ਛੱਡੋ ਪਰੇ, ਅਗੇ ਸ਼੍ਰੋਮਣੀ ਕਮੇਟੀ ਕਿੰਨੀ ਕੁ ਵਾਰ ਉੱਥੇ ਬਗਰਾੜੀ ਆ ਕੇ ਤੁਹਾਨੂੰ ਇੱਥੇ ਵੀ ਸਾਨੂੰ ਹਿਸਾਬ ਮਿਲਣਾ ਚਾਹੀਦਾ। ਬਿਲਕੁਲ, ਕਿੰਨੀ ਵਾਰੀ ਇਹਨਾਂ ਹਿਸਾਬ ਦਿੱਤੇ ਮੰਗੇ ਨੇ, ਉੱਥੇ ਜੋ 28 ਸਰੂਪਾਂ ਦਾ ਹਿਸਾਬ ਨਹੀਂ ਮਿਲਿਆ, ਉਹ ਇਹਨਾਂ ਕਦੋਂ ਕਿ ਇਹਨਾਂ ਨੇ ਕੀਤਾ। ਆਹ PCT ਵਾਲਾ ਦੇ ਦੋਸ਼ ਲੱਗਿਆ, ਅਸੀਂ ਨਵਾਂ TV ਚੈਨਲ ਲਾਵਾਂਗੇ, ਉਹ ਇਹਨਾਂ ਨੇ ਚੱਲ ਬੰਦ ਕਰਤਾ। ਜਿਹੜੀ ਮਤਲਬ ਦੀ ਗੱਲ ਉਹ ਕਰਦੇ ਨੇ, ਦੂਜੀਆਂ ਛੱਡ ਦਿੰਦੇ ਨੇ ਇਹ। ਬਿਲਕੁਲ, ਇਸੇ ਧਰਮ ਦਾ ਬੇੜਾ ਬੈਠਿਆ ਇਹਨਾਂ ਦਾ, ਲੋਕ ਦੁਖੀ ਹੋਏ ਪਏ ਇਹਨਾਂ ਤੋਂ। ਇਹ ਚਾਹੁੰਦੇ ਲੋਕ ਹੁਣ ਧਰਮ ਦੇ ਮਾਰੇ ਵੰਡੇ ਫਿਰੇ, ਸਾਰੇ ਰਹਿ ਜਾਏ ਕਮੇਟੀ ਮਾੜੀ ਮੋਟੀ। ਇਹ ਮੈਨੂੰ ਤਾਂ ਲੱਗਦਾ ਵੀ ਹਰਿਆਣਾ ਤੇ ਕੀ ਆ, ਹਿਮਾਚਲ ਤੇ ਚੰਡੀਗੜ੍ਹ ਵੀ ਵੱਖਰੇ ਹੋਣਗੇ ਇਹਨਾਂ ਨਾਲੋਂ। ਉਹਦੇ ਬਾਅਦ ਪੰਜਾਬ ਦੀ ਗੱਲ ਦੇਖਾਂਗੇ ਜਿਵੇਂ ਬਣ ਪਊਗੀ। ਇਹ ਇੰਨੇ 3-4 ਹੋਰ ਬਣ ਗਏ ਸਟੇਟਾਂ ਦੋਵਾਂ ਵਾਲੇ ਜੀ ਜਿਹੜੇ ਜੀ। ਬੰਦੇਪ ਸਰ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾ ਕੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹਾਂ, ਸਤਿ ਸ਼੍ਰੀ ਅਕਾਲ ਜੀ ਨਵਦੀਪ ਜੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਲਾਲ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ।
ਦੇਖੋ ਜੀ, ਹੁਣ ਅੰਬਾਈ ਜੀ ਨੇ ਦੱਸ ਹੀ ਦਿੱਤਾ 2014 ਚ ਭੁਪਿੰਦਰ ਸਿੰਘ ਹੋਟਾ ਨੇ ਅਸੈਂਬਲੀ ਚ ਮਤਾ ਪਾਤਾ ਵੀ ਅੱਡ ਹੋਵੇ, ਤੇ ਉਹ ਜਦੋਂ ਇਹ ਅੱਡ ਹੋਣ ਦਾ ਮਤਾ ਪਾਇਆ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀਗਾ ਵੀ ਸ਼੍ਰੋਮਣੀ ਕਮੇਟੀ ਦੀ ਅੱਡ ਹੁੰਦੀ ਆ ਪੰਜਾਬ ਨਾਲੋਂ ਤਾਂ ਅਸੀਂ ਬਹੁਤ ਵੱਡੀ ਕੁਰਬਾਨੀ ਦੇ ਦਾਂਗੇ। ਕੁਰਬਾਨੀ ਦੇਣ ਦੀ ਉਸ ਤੋਂ ਪਹਿਲਾਂ ਵੀ ਜੇ ਮੈਂ ਗੱਲ ਕਰਾਂ, ਜਥੇਦਾਰ ਗੁਰਚਰਨ ਟੌੜਾ ਨੇ ਵੀ ਕਿਹਾ ਸੀ ਕਿ ਆਪਾਂ ਐਕਟ ਬਣਾ ਦਈਏ, ਤਾਂ ਵੱਡੇ ਬਾਦਲ ਸਾਹਿਬ ਕਹਿੰਦੇ ਵੀ ਸਾਨੂੰ ਕੀ ਫਾਇਦਾ ਹੋਊਗਾ, ਇਹ ਤਾਂ ਆਪਦਾ ਫਾਇਦਾ ਦੱਸਦੇ ਨੇਗੇ। ਇਹ ਅੱਡ ਹੋਣ ਦਾ ਕਾਰਨ ਕੀ ਸੀ? ਇਹਨਾਂ ਦਾ ਇੱਕ ਚਹੇਤਾ ਸੀ ਰਿਸ਼ਤੇਦਾਰ ਰਘੂਜੀਤ ਸਿੰਘ ਬਿਰਖ, ਉਹਨੇ ਵੱਡੇ ਵੱਡੇ ਟਰਸਟ ਬਣਾ ਕੇ ਉਹਨਾਂ ਦਾ ਬੈਨੀਫਿਟ ਕਿਹਨੂੰ ਦਿੰਦਾ ਸੀਗਾ? ਬਾਦਲ ਕਿਆ ਨੂੰ। ਉਹ ਵਿਚਾਰੇ ਰਿੰਗਦੇ ਸੀ ਵੀ ਸਾਡੀ ਅੱਡ ਹੋਵੇ। ਇਹ ਅੱਡ ਕਰਾਉਣ ਦਾ ਕਾਰਨ ਇਹੀ ਨੇ ਬਾਦਲ ਕੇ, ਜੇ ਇਹ ਉੱਥੋਂ ਪੈਸਾ ਲੁੱਟ ਕੇ ਆਪਦਾ ਜੇਬਾਂ ਭਰਦੇ ਰਹੇ ਨੇ ਤਾਂ ਉਹਨਾਂ ਨੇ ਅੱਡ ਹੋਈ ਹੈਗੀ। ਇਹ ਵੱਡੇ ਵੱਡੇ ਆਪਦੇ ਰਿਸ਼ਤੇਦਾਰ ਉੱਥੇ ਬਿਠਾਏ ਹੋਏ ਤੇ ਹੀ ਆਹ ਕਾਰਨ ਆ। ਜੀ ਜੀ, ਬਹੁਤ ਬਹੁਤ ਧੰਨਵਾਦ ਲਾਲ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹੈਲੋ, ਹਾਂਜੀ ਆਨਰ ਹੋ ਤੁਸੀਂ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਬੀਬਾ ਜੀ। ਜੀ ਸਤਿ ਸ਼੍ਰੀ ਅਕਾਲ ਸਿੰਘ ਸਾਹਿਬ ਤੁਹਾਨੂੰ ਵੀ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਅਜੀਤ ਸਿੰਘ ਸਰਾਮ ਬੋਲਦਾ ਜੀ। ਸਰਾਂ ਸਾਹਿਬ, ਦੇਖੋ ਜੀ, ਇਹ ਸ਼੍ਰੋਮਣੀ ਕਮੇਟੀ ਦਾ ਜਿਹੜਾ ਝਗੜਾ ਬਹੁਤ ਦੇਰ ਦਾ ਚੱਲ ਰਿਹਾ ਹਰਿਆਣੇ ਦੇ ਨਾਲ, ਔਰ ਉਦੋਂ ਵੀ ਇਹਨਾਂ ਨੇ ਬਾਦਲ ਸਾਹਿਬ ਨੂੰ ਕਿਹਾ ਸੀ, ਝਿੰਡਾ ਉੱਥੋਂ ਦਾ ਇੰਚਾਰਜ ਸੀ, ਉਸਨੇ ਕਿਹਾ ਸੀ ਤੁਸੀਂ ਸਾਡੇ ਨਾਲ ਪੱਖਪਾਤ ਕਰਦੇ ਆ, ਤੁਸੀਂ ਪੱਖਪਾਤ ਨਾ ਕਰੋ, ਨਹੀਂ ਤਾਂ ਅਸੀਂ ਅੱਡ ਬਣਾ ਲੈਣੀ ਹੈ ਕਮੇਟੀ ਜੀ। ਔਰ ਉਹਨੇ ਬੜਾ ਜ਼ੋਰ ਲਾਇਆ ਬਾਦਲ ਸਾਹਿਬ ਨੂੰ ਕਿ ਸਾਡਾ ਵਿੱਚ ਹਿੱਸਾ ਰੱਖੋ ਆਪਦੀ ਸ਼੍ਰੋਮਣੀ ਕਮੇਟੀ ਦੇ ਵਿੱਚ, ਤੁਸੀਂ ਸਾਨੂੰ ਕੋਈ ਮਾਨਤਾ ਨਹੀਂ ਦੇ ਰਹੇ। ਝਿੰਡਾ ਸਾਹਿਬ ਨੇ ਬਹੁਤ ਕਿਹਾ, ਮੈਂ ਉਦੋਂ ਸੁਣਦਾ ਰਿਹਾ ਇਹਨਾਂ ਦੀਆਂ ਗੱਲਾਂ ਸਾਰੀਆਂ, ਪਰ ਬਾਦਲ ਨਹੀਂ ਮੰਨਿਆ। ਬਾਦਲ ਨੂੰ ਹੰਕਾਰ ਸੀ ਕਿ ਮੈਨੂੰ ਕੋਈ ਵੀ ਪਿੱਛੇ ਨਹੀਂ ਛੱਡ ਸਕਦਾ, ਮੇਰੀ ਗੱਲ ਤੋਂ ਬਗੈਰ ਕੋਈ ਵੀ ਚੱਲ ਨਹੀਂ ਸਕਦਾ ਜੀ। ਇਹਨਾਂ ਨੇ ਦੇਖੋ, ਬਾਦਲ ਸਾਹਿਬ ਨੇ ਕੋਈ ਪੰਜਾਬ ਵਾਸਤੇ ਚੰਗਾ ਕੰਮ ਨਹੀਂ ਕੀਤਾ। ਪਹਿਲਾਂ ਤਾਂ ਮੁੰਡੇ ਮਰਵਾਏ, ਫਿਰ ਆ ਸਾਰੇ ਜਿਹੜੇ ਬੇਅਦਬੀਆਂ ਕਰਾਈਆਂ, ਗੋਲੀਆਂ ਚਲਾਈਆਂ, ਇਹ ਸਭ ਕਿਸ ਨੇ ਕੀਤਾ? ਇਹ ਬਾਦਲ ਨੇ ਕੀਤਾ। ਸਿਰਫ ਕਾਹਦੇ ਵਾਸਤੇ? ਕਿ ਰਾਜ ਮੇਰਾ ਰਹੇ, ਹੋਰ ਇਹਨੂੰ ਕੁਝ ਪਰਵਾਹ ਨਹੀਂ ਹੈ। ਸਿੱਖੀ ਦਾ ਤਾਂ ਜਿੰਨਾ ਇਹਨੇ ਕਾਂਡ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ। ਸਿੱਖ ਕੌਮ ਦਾ ਤਾਂ ਬੁਰਾ ਹਾਲ ਕਰ ਦਿੱਤਾ ਇਸਨੇ। ਜੇ ਇਹ ਚਾਹੁੰਦਾ ਤਾਂ ਪੰਜਾਬ ਨੂੰ ਇਹ ਵਧੀਆ ਕੈਲੀਫੋਰਨੀਆ ਬਣਾ ਸਕਦਾ ਸੀ, ਜਿਵੇਂ ਕਹਿੰਦਾ ਮੈਂ ਕੈਲੀਫੋਰਨੀਆ ਬਣਾਉਂ, ਤੇ ਇਹਨੇ ਤਾਂ ਕਿਸੇ ਪਿੰਡਾਂ ਦੇ ਵਿੱਚ ਆ ਹੁਣ ਦੇਖ ਲਓ, ਪਾਣੀ ਨਹੀਂ ਨਿਕਲਦਾ, ਕਿਤੇ ਕੁਝ ਕੰਮ ਹੀ ਨਹੀਂ ਕਰਾਇਆ, ਕੋਈ ਡਰੇਨੇਜ ਨਹੀਂ ਹੈਗੀ ਹੈ, ਤੇ ਲੋਕ ਔਖੇ ਆ। ਇਹਨਾਂ ਚ ਸਾਲ ਕਰਕੇ ਪਿੰਡਾਂ ਦਾ ਲੋਕਾਂ ਦਾ ਕੀ ਹਾਲ ਆ। ਅੱਛਾ, ਫਿਰ ਨਹਿਰਾਂ, ਕਦੇ ਵੀ ਅੰਗਰੇਜ਼ਾਂ ਦੇ ਰਾਜ ਕਦੇ ਨਹਿਰ ਨਹੀਂ ਸੀ ਟੁੱਟਦੀ। ਆ ਹੁਣ ਸਾਲ ਮੈਂ ਦੇਖਦਾ ਅੱਜ ਵੀ ਨਹਿਰ ਟੁੱਟੀ ਪਈ ਹੈ, ਜਿਹੜਾ ਪਾਣੀ ਜਾ ਰਿਹਾ ਲੋਕਾਂ ਖੇਤਾਂ 'ਚ, ਉਹ ਕਿਹਦਾ ਵਜ੍ਹਾ ਹੈ? ਕੀ ਵਜ੍ਹਾ, ਕਿਉਂ ਟੁੱਟਦੀ ਆ ਨਹਿਰਾਂ, ਕਿਉਂ ਟੁੱਟਦੀਆਂ? ਪਾਣੀ ਦੇ ਨਾਲ ਲੋਕਾਂ ਦਾ ਨੁਕਸਾਨ ਕਿੰਨਾ ਹੋ ਰਿਹਾ, ਇਹ ਕੁਝ ਦੇਖਦੇ ਆ? ਨਹੀਂ, ਕੋਈ ਵੀ ਨਹੀਂ ਦੇਖਦਾ। ਪੰਜਾਬ ਦਾ ਹਾਲਤ ਬਹੁਤ ਬੁਰੀ ਆ, ਔਰ ਇਸ ਦਾ ਜ਼ਿਆਦਾ ਜਿਹੜਾ ਜ਼ਿੰਮੇਵਾਰ ਆ ਉਹ ਬਾਦਲ ਗਰੁੱਪ ਹੈ। ਔਰ ਉਸ ਤੋਂ ਬਾਅਦ ਜਿਹੜੀ ਹੁਣ ਗਵਰਨਮੈਂਟ ਹੈ, ਇਹ ਤਾਂ ਹੁਣ ਆਈ ਆ, ਇਹਨਾਂ ਨੇ ਤਾਂ ਅਜੇ ਕੁਛ ਕੀਤਾ ਹੀ ਨਹੀਂ ਹੈ। ਹੋਰ ਆਪਦੇ ਇਹਨਾਂ ਤੇ ਤਾਂ ਇਹਨਾਂ ਦੀ ਕਿਸਮਤ ਇੰਨੀ ਖਰਾਬ ਹੈ ਕਿ ਇਹਨਾਂ ਦੇ ਆਇਆਂ ਤੋਂ ਝੋਨਾ ਵੀ ਨਹੀਂ ਖਰਾਬ ਹੋ ਗਿਆ, ਕਪਾਹ ਵੀ ਖਰਾਬ ਹੋ ਗਈ, ਆ ਵੀ ਚੀਜ਼ਾਂ, ਬਰਸਾਤ ਵੀ ਪੈ ਗਈ ਆ, ਮਤਲਬ ਕੁਦਰਤੀ ਆਫਤਾਂ ਵੀ ਇਹਨਾਂ ਤੇ ਆ ਗਈਆਂ। ਇਹ ਪੈਸੇ ਹੈ ਨਹੀਂ ਕੋਲੇ, ਲੋਕ ਹੁਣ ਇਹਨਾਂ ਤੋਂ ਮੰਗਦੇ ਆ ਵੀ ਸਾਨੂੰ ਇਹ ਸਾਡੀ ਫਸਲ ਖਰਾਬ ਹੋ ਗਈ ਆ ਖਰਾਬ ਹੋ ਗਿਆ। ਪਹਿਲਾਂ ਕਦੇ ਨਹੀਂ ਹੋਇਆ ਇਸ ਤਰ੍ਹਾਂ ਵੀ ਝੋਨਾ ਖਰਾਬ ਹੋ ਗਿਆ ਜਾਂ ਇਹ ਹੋ ਗਿਆ। ਇਹ ਵਿਚਾਰੇ ਫਸ ਗਏ ਆ। ਜੀ, ਗਵਰਨਮੈਂਟ ਕੋਲੇ ਪੈਸਾ ਹੈ ਨਹੀਂ, ਪਰ ਇਹ ਕਰਨ ਕੀ, ਕਿੱਥੋਂ ਦੇਣ? ਜੀ ਜੀ, ਬਿਲਕੁਲ ਸਰਾਂ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕੈਨੇਡਾ ਤੋਂ। ਹੈਲੋ, ਮੇਰੀ ਤੁਹਾਡੇ, ਹਾਂ, ਮੈਂ ਕੈਨੇਡਾ ਤੋਂ ਹਰਭਜਨ ਸਿੰਘ ਬੋਲਣਾ ਜੀ। ਹਰਭਜਨ ਜੀ, ਸਵਾਗਤ ਹੈ ਤੁਹਾਡਾ। ਮੇਰੀ ਤੁਹਾਡੇ ਅੱਗੇ ਇੱਕ ਬੇਨਤੀ ਹੈ ਜੀ। ਬੇਨਤੀ ਇਹ ਹੈ ਕਿ ਕਈ ਖਬਰਾਂ ਬੜੀਆਂ ਇੰਪੋਰਟੈਂਟ ਹੁੰਦੀਆਂ ਨੇ ਤੇ ਉਹ ਖਬਰਾਂ ਥੱਲੇ ਆ ਕੇ ਤੇ ਉਹ ਗਵਾਚ ਜਾਂਦੀਆਂ ਨੇ।
ਤੇ ਉਹ ਫਿਰ ਅਸੀਂ ਭੁੱਲ ਜਾਂਦੇ ਹਾਂ, ਪਰ ਖਬਰਾਂ ਬੜੀਆਂ ਇੰਪੋਰਟੈਂਟ ਹੁੰਦੀਆਂ ਨੇ। ਜੇ ਉਹਨਾਂ ਬਾਰੇ ਤੁਸੀਂ ਆਪਣੇ ਪ੍ਰੋਗਰਾਮ 'ਚ ਦੱਸ ਦਿਓ, ਤੁਹਾਡੀ ਬੜੀ ਮਿਹਰਬਾਨੀ ਹੋਏਗੀ ਜੀ। ਉਹ ਪਹਿਲੀ ਤੇ ਖਬਰ ਇਹ ਹੈ ਕਿ ਕਿੰਨੇ ਸਾਲ ਹੋ ਗਏ ਨੇ, ਕੈਨੇਡਾ ਦੇ ਮੀਡੀਆ ਨੇ ਖਬਰ ਦਿੱਤੀ ਸੀ ਕਿ ਸਾਬਕ RCMP ਆਫੀਸਰ ਨੇ ਕਿਤਾਬ ਲਿਖੀ ਹੈ ਨੈਸਟ ਆਫ ਸਪਾਈਜ਼। ਉਹਦੇ ਵਿੱਚ ਉਹਨੇ ਦੱਸਿਆ ਕਿ ਭਾਰਤ ਸਰਕਾਰ ਨੇ ਆਪਣੇ ਖੁਫੀਆ ਏਜੰਸੀ ਰॉ ਦੇ ਬੰਦੇ ਬੜੀ ਵੱਡੀ ਗਿਣਤੀ 'ਚ ਕੈਨੇਡਾ ਅਮਰੀਕਾ 'ਚ ਘੱਲ ਦਿੱਤੇ ਨੇ, ਤੇ ਉਹਨਾਂ ਦਾ ਇਹ ਕੰਮ ਹੈ ਕਿ ਸਿੱਖਾਂ ਨੂੰ ਬਦਨਾਮ ਕਰਨਾ। ਫਿਰ ਉਦੋਂ ਬਾਅਦ ਇੱਕ ਹੋਰ ਖਬਰ ਸੁਣੀ ਜਰਮਨ 'ਚੋਂ ਕਿ ਉੱਥੇ ਰॉ ਦੇ ਏਜੰਟ ਫੜੇ ਗਏ ਨੇ, ਜਰਮਨ ਸਰਕਾਰ ਨੇ ਰੰਗੇ ਹੱਥੀ ਫੜ ਲਏ ਨੇ। ਉਹ ਸਿੱਖਾਂ ਤੇ ਕਸ਼ਮੀਰੀਆਂ ਨੂੰ ਬਦਨਾਮ ਕਰਨ ਲਈ ਮਸਰੂਫ ਸਨ, ਉਹ ਫੜੇ ਗਏ ਨੇ ਤੇ ਜਰਮਨ ਸਰਕਾਰ ਉਹਨਾਂ ਦੇ ਮੁਕੱਦਮਾ ਚਲਾਏਗੀ ਤੇ ਘੱਟੋ ਘੱਟ 10 ਸਾਲ ਉਹਨਾਂ ਨੂੰ ਜੇਲ੍ਹ ਹੋਏਗੀ। ਤੀਸਰੀ ਖਬਰ ਇਹ ਕਿ ਕੈਪਟਨ ਸਾਹਿਬ ਆਂਦੇ ਸਨ ਕਿ 22 ਸਿੱਖ ਮੁੰਡੇ ਮੇਰੇ ਕੋਲ ਆਏ ਤੇ ਆਖਣ ਲੱਗੇ ਮੈਂ ਸਰੈਂਡਰ ਕਰਨਾ ਚਾਹੁੰਦੇ ਹਾਂ ਅਸੀਂ, ਤੇ ਮੈਂ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਚੰਦਰ ਸ਼ੇਖਰ ਕੋਲ ਲੈ ਗਿਆ ਤੇ ਚੰਦਰ ਸ਼ੇਖਰ ਨੇ ਪੁਲਿਸ ਦੇ ਹਵਾਲੇ ਕਰ ਦਿੱਤੇ ਤੇ ਪੁਲਿਸ ਨੇ ਉਹਨਾਂ ਝੂਠੇ ਮੁਕਾਬਲੇ ਬਣਾ ਕੇ ਤੇ ਮਾਰ ਦਿੱਤਾ। ਤੇ ਕੈਪਟਨ ਸਾਹਿਬ ਆਂਦੇ ਨੇ ਬਈ ਮੈਂ ਮੁੜ ਕੇ ਚੰਦਰ ਸ਼ੇਖਰ ਨੂੰ ਜਦੋਂ ਮਿਲਿਆ ਤੇ ਮੈਂ ਇਹਨੂੰ ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਈ। ਜੇ ਹੋ ਸਕੇ ਤੇ ਇਹਨਾਂ ਖਬਰਾਂ ਬਾਰੇ ਦੱਸੋ ਜੀ, ਇਹ ਖਬਰਾਂ ਬੜੀਆਂ ਇੰਪੋਰਟੈਂਟ ਨੇ। ਤੁਹਾਡੀ ਬੜੀ ਮਿਹਰਬਾਨੀ, ਇਹ ਬੜੀ ਵੱਡੀ ਸਮਾਜ ਦੀ ਸੇਵਾ ਕਰਦੇ ਹੋ ਟੀਵੀ ਤੇ ਪ੍ਰੋਗਰਾਮ ਦੇ ਕੇ। ਜੀ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਤਾਂ ਬਹੁਤ ਚੰਗਾ ਲੱਗਦਾ ਕਿ ਜਦੋਂ ਤੁਸੀਂ ਕੁਝ ਨਵਾਂ ਲੱਭ ਕੇ ਲੈ ਕੇ ਆਉਂਦੇ ਹੋ, ਕੁਝ ਨਵੀਆਂ ਖਬਰਾਂ ਨੇ ਜਿਨ੍ਹਾਂ ਬਾਰੇ ਜਾਣਨ ਦੀ ਇੱਛਾ ਰੱਖਦੇ ਹੋ, ਤਾਂ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਵਿਸਥਾਰ ਸਹਿਤ ਹੈ ਜਿਹੜੀ ਉਹਨਾਂ ਦੀ ਜਾਣਕਾਰੀ ਹੈ ਜਿਹੜੀ ਉਹ ਜ਼ਰੂਰ ਦਿੱਤੀ ਜਾਵੇ। ਸੋ ਅਗਲੇ ਕਾਲਰ ਵੀ ਸਾਡੇ ਨਾਲ ਬਣ ਕੇ ਨੇ ਜੀ, ਉਹਨਾਂ ਦੇ ਨਾਲ ਵੀ ਜੁੜਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂ ਬੇਟਾ, ਮੇਰੀ ਆਵਾਜ਼ ਆ ਰਹੀ ਹੈ? ਜੀ ਜੀ, ਹੈਲੋ, ਆ ਰਹੀ ਹੈ ਜੀ ਆਵਾਜ਼ ਤੁਹਾਡੀ ਆ ਰਹੀ ਹੈ, ਸਵਾਗਤ ਹੈ ਜੀ ਤੁਹਾਡਾ। ਹਾਂ ਬੇਟਾ, ਇਸ ਤਰ੍ਹਾਂ ਹੈਗਾ ਵੀ ਦੇਖੋ ਬਈ SYL ਦੇ ਥਾਂ ਤੇ ਨਾ ਇਹਨਾਂ ਨੂੰ ਡਿਸਕਸ ਕਰਨਾ ਚਾਹੀਦਾ ਵੀ ਜਿਹੜਾ ਨਹਿਰ ਦਾ ਪਾਣੀ ਵਰਤਣਾ ਚਾਹੀਦਾ। ਇਹ ਜਿਹੜੇ ਜ਼ਿਲ੍ਹੇ ਆ ਨਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਇਹ ਸਾਰੇ ਜ਼ਿਲ੍ਹਿਆਂ 'ਚ ਨਹਿਰ ਦਾ ਪਾਣੀ ਬੇਟਾ ਸਾਰੇ ਖੇਤਾਂ ਨੂੰ ਲੱਗਦਾ ਸੀ। ਜਦੋਂ ਦੀਆਂ ਮੋਟਰਾਂ ਲੱਗੀਆਂ ਨਹਿਰਾਂ ਦੇ, ਇਹਨਾਂ ਦੇ ਖਾਲੇ ਬਾਹਲੇ ਨੇ ਤੇ ਇਹ ਜਿਹੜਾ ਥੱਲੇ ਹਜ਼ਾਰਾਂ ਸਾਲਾਂ 'ਚ ਪਾਣੀ ਦਾ ਭੰਡਾਰ ਬਣਿਆ ਸੀ ਉਹ ਬਹੁਤ ਥੋੜਾ ਰਹਿ ਗਿਆ। ਉਹ ਇਹਨਾਂ ਨੂੰ ਪੀਣ ਨੂੰ ਰੱਖਣਾ ਚਾਹੀਦਾ ਤੇ ਨਹਿਰਾਂ ਦੇ ਖਾਲੇ ਕੱਢਣੇ ਚਾਹੀਦੇ। ਸਭ ਤੋਂ ਇੰਪੋਰਟੈਂਟ ਚੀਜ਼ ਬੇਟਾ ਇਹ ਆ, ਕਿਉਂਕਿ ਦੇਖੋ ਆ ਜਿਹੜੀ ਗਰਮੀ ਪਈ ਹੈ ਇਹਨਾਂ ਦਾ ਕਾਰਨ ਪਤਾ ਕੀ ਆ? ਇਹਦਾ ਕਾਰਨ ਇਹ ਹੈ ਵੀ ਜਿਹੜੇ ਗਲੇਸ਼ੀਅਰ 'ਚੋਂ ਸਾਡੇ ਦਰਿਆ ਆਉਂਦੇ ਆ ਨਾ, ਉਹ ਗਲੇਸ਼ੀਅਰ ਜਾ ਰਹੇ ਆ, ਸੁੱਕ ਰਹੇ ਆ। ਜੇ ਉਹ ਗਲੇਸ਼ੀਅਰ ਸੁੱਕ ਕੇ ਦਰਿਆਵਾਂ 'ਚ ਪਾਣੀ ਨਾ ਆਇਆ, ਨਹਿਰਾਂ 'ਚ ਪਾਣੀ ਨਾ ਆਇਆ ਤੇ ਪਾਣੀ ਕਿੱਥੋਂ ਪੀਵਾਂਗੇ ਬੇਟਾ? ਇਸ ਕਰਕੇ ਸਭ ਤੋਂ ਇੰਪੋਰਟੈਂਟ ਮਸਲਾ ਹੈਗਾ, ਇਹਨਾਂ ਨੂੰ ਚਾਹੀਦਾ ਸੈਸ਼ਨ 'ਚ ਵੀ ਭਾਈ ਇਹਨਾਂ ਜ਼ਿਲ੍ਹਿਆਂ ਵਿੱਚ ਨਹਿਰਾਂ ਦਾ ਪਾਣੀ, ਨਹਿਰਾਂ ਦੇ ਖਾਲੇ ਕੱਢੋ, ਸਾਰੇ ਇਕੱਠੇ ਹੋ ਕੇ, ਸਾਰੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋਣ, ਸਾਰਾ ਪਿੰਡ ਇਕੱਠਾ ਹੋਵੇ, ਨਹਿਰਾਂ ਦੇ ਖਾਲੇ ਕੱਢਣੇ ਚਾਹੀਦੇ ਆ। ਇਹ ਸਭ ਤੋਂ ਜ਼ਰੂਰੀ ਚੀਜ਼ ਆ ਬੇਟਾ। ਓਕੇ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਸੋ ਹਰਭਜਨ ਸਿੰਘ ਜੀ ਨੂੰ ਵੀ ਬੇਨਤੀ ਹੈ ਕਿ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਤੁਸੀਂ ਸਵਾਲ ਕੀਤੇ ਉਹਨਾਂ ਦੇ ਜਵਾਬ ਨੇ ਜਿਹੜੇ ਤੁਹਾਨੂੰ ਜ਼ਰੂਰ ਦਿੱਤੇ ਜਾਣਗੇ। ਤੇ ਹੋਰ ਵੀ ਬਹੁਤ ਸਾਰੇ ਕਾਲਰਸ ਨੇ ਜਿਹੜੇ ਸਾਡੇ ਨਾਲ ਜੁੜੇ ਜਿਨ੍ਹਾਂ ਨੇ ਮੌਸਮ ਬਾਰੇ, ਕਿਸਾਨਾਂ ਬਾਰੇ ਗੱਲਬਾਤ ਕੀਤੀ ਤੇ ਖਾਸ ਕਰਕੇ ਹਰਿਆਣਾ ਕਮੇਟੀ ਨੂੰ ਲੈ ਕੇ ਬਹੁਤ ਸਾਰੇ ਆਪਣੇ ਸੁਝਾਅ ਦਿੱਤੇ ਨੇ, ਗੱਲਾਂ ਕੀਤੀਆਂ ਨੇ। ਕਈਆਂ ਨੂੰ ਇਸ ਦਾ ਜ਼ਿੰਮੇਵਾਰ ਵੀ ਠਹਿਰਾਇਆ ਗਿਆ ਕਿ ਆਖਿਰਕਾਰ ਇਹ ਸਭ ਕੁਝ ਕਿਉਂ ਹੋ ਰਿਹਾ, ਕਿਉਂ ਘਮਸਾਨ ਪੈ ਰਿਹਾ। ਤਾਂ ਬਲਦੀਪ ਜੀ, ਇਹਨਾਂ ਕਾਲਰਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਨਵਦੀਪ, ਕੱਲ ਕਿਉਂ ਆਪਾਂ ਅੱਜ ਹੀ ਗੱਲਬਾਤ ਕਰ ਲੈਂਦੇ ਹਾਂ। ਦੇ ਉੱਪਰ ਜਿਹੜੀ ਹਰਭਜਨ ਸਿੰਘ ਉਹਨਾਂ ਨੇ ਗੱਲ ਕਹੀ ਹੈ, ਬੇਸਿਕਲੀ ਰॉ ਦੀ ਗੱਲ ਕਰ ਰਹੇ ਸੀ ਜਾਂ ਹੋਰ ਏਜੰਸੀਆਂ ਦੀ, ਸੈਂਟਰਲ ਏਜੰਸੀਆਂ ਦੀ ਗੱਲ ਕਰ ਰਹੇ ਸੀ ਕਿ ਕੈਨੇਡਾ ਦੇ ਵਿੱਚ ਜਾਸੂਸੀ ਦੇ ਲਈ ਇਸ ਚੀਜ਼ ਦਾ ਜ਼ਿਕਰ ਹੋ ਰਿਹਾ ਸੀ। ਦੇਖੋ, ਮੈਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਾਂ ਟੌਪਿਕ ਚੱਕਿਆ ਨਾ, ਉਸ ਵੇਲੇ ਵੀ ਮੇਰੇ ਜ਼ਿਹਨ 'ਚ ਸੀ। ਔਰ ਚਲੋ ਹੁਣ ਇਹਨਾਂ ਨੇ ਗੱਲ ਕੀਤੀ ਆ ਤਾਂ ਆਪਾਂ ਗੱਲ ਇਹਦੇ ਸ਼ੁਰੂ ਕਰ ਲੈਂਦੇ ਹਾਂ ਜੀ ਕਿ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ। ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੁੱਖ ਵਾਕ ਹੈ, ਬਚਨ ਆ ਉਹਨਾਂ ਦਾ ਕਿ ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਹੀਂ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤਾਂ ਇੱਕ ਗੱਲ ਤਾਂ ਪਹਿਲਾਂ ਸਮਝ ਲਓ ਕਿ ਸਾਡਾ ਰਾਜ ਨਹੀਂ ਹੈਗਾ। ਆਈ ਐਮ ਅ ਜਰਨਲਿਸਟ, ਮੈਂ ਇਸ ਗੱਲ ਨੂੰ ਬੜੀ ਬੇਬਾਕੀ ਨਾਲ ਸਿੱਧੇ ਤੌਰ ਤੇ ਕਹਿਣਾ, ਸਾਡਾ ਰਾਜ ਨਹੀਂ ਹੈਗਾ। ਜਿਨ੍ਹਾਂ ਦਾ ਰਾਜ ਹੈਗਾ ਉਹ ਸਾਨੂੰ ਕੋਰਟਾਂ ਦੇ ਵਿੱਚ, ਔਰ ਤੁਸੀਂ ਹੁਣ ਆਪਾਂ ਡਿਸਕਸ ਕਰ ਹੀ ਲਿਆ ਪਿੱਛੇ ਸਾਰਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਕਮੇਟੀ, ਪਟਨਾ ਸਾਹਿਬ ਦਾ ਬੋਰਡ, ਉਸ ਤੋਂ ਬਾਅਦ ਹਜੂਰ ਸਾਹਿਬ ਦਾ ਇੱਕ ਵੱਖਰਾ ਮੈਨੇਜਮੈਂਟ ਸਿਸਟਮ ਹੈਗਾ ਉਹਨਾਂ ਦਾ। ਤੋ ਜਿਨ੍ਹਾਂ ਦਾ ਰਾਜ ਹੈਗਾ ਉਹ ਸਾਨੂੰ ਆਪਣੀਆਂ ਸਰਕਾਰਾਂ ਦੇ ਤਹਿਤ, ਆਪਣੇ ਨਿਯਮਾਂ ਦੇ ਤਹਿਤ ਘੁਮਾ ਰਹੇ ਨੇ। ਉਹ ਤਾਂ ਘੁਮਾ ਰਹੇ ਨੇ ਕਿਉਂਕਿ ਤੁਹਾਡਾ ਆਪਣਾ ਰਾਜ ਨਹੀਂ ਹੈਗਾ। ਹੁਣ ਉਹਦੇ ਕਈ ਕਾਰਨ ਨੇ,
ਉਹ ਤੁਸੀਂ ਬੈਠ ਕੇ ਕਦੇ ਵੀ ਡਿਸਕਸ ਕਰੋ। ਇੰਨਾ ਲੰਬਾ ਤਾਂ ਆਪਣਾ ਸ਼ੋਅ ਨਹੀਂ ਹੈਗਾ ਕਿ ਆਪਾਂ ਉਹ ਸਾਰੀਆਂ ਚੀਜ਼ਾਂ ਡਿਸਕਸ ਕਰ ਲਈਏ ਕਿ 47 'ਚ ਤੁਸੀਂ ਕੀ ਕੀਤਾ, 84 'ਚ ਕੀ ਕੀਤਾ, 84 ਤੋਂ ਬਾਅਦ ਕੀ ਕੀਤਾ। ਬਟ ਡੈਫੀਨੇਟਲੀ ਇਹ ਚੀਜ਼ ਜਿੱਥੇ ਹੁਣ ਮੈਂ ਰਾਜ ਦੀ ਗੱਲ ਕਰ ਰਿਹਾ, ਅੱਜ ਰਾਮ ਰਾਜ ਦੀ ਗੱਲ ਕਿਉਂ ਤੁਰਦੀ ਹੈ? ਅਗਰ ਇਸ ਟੌਪਿਕ ਨੂੰ ਵਾਸਟ ਲੈਵਲ ਤੇ ਚੱਕਣਾ ਹੀ ਹੈ, ਅੱਜ ਰਾਮ ਰਾਜ ਦੀ ਗੱਲ ਇੰਡੀਆ ਦੇ ਵਿੱਚ ਕਿਉਂ ਤੁਰਦੀ ਹੈ? ਉਹ ਕਿਉਂਕਿ ਇੱਕ ਧਿਰ ਦੇ ਕੋਲ ਸੱਤਾ ਹੈਗੀ ਹੈ। ਅੱਜ ਉਹ ਇਹ ਇੱਕ ਪਾਸੇ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹੋ, ਇੱਕ ਪਾਸੇ ਤੁਸੀਂ ਰਾਮ ਰਾਜ ਦੀ ਗੱਲ ਕਰਦੇ ਹੋ। ਦੂਜੇ ਪਾਸੇ ਉਹ ਜੋ ਰਾਮ ਰਾਜ ਦੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਮੁਸਲਿਮਸ ਦੇ ਉੱਪਰ ਕਈ ਤਰ੍ਹਾਂ ਦੇ ਤੇ ਗੱਲਾਂ ਉੱਠਦੀਆਂ ਹੈਗੀਆਂ ਨੇ ਮੁਸਲਿਮਸ ਨੂੰ ਲੈ ਕੇ। ਹੁਣ ਤੁਸੀਂ ਇਹ ਸੋਚੋ ਕਿ ਮੁਸਲਿਮਸ ਇੰਡੀਆ ਦੇ ਵਿੱਚ ਕਿੱਥੋਂ ਆਏ, ਇਸ ਕੰਟੀਨੈਂਟ ਦੇ ਵਿੱਚ ਕਿੱਥੋਂ ਆਏ, ਸਬ ਕੰਟੀਨੈਂਟ ਦੇ ਵਿੱਚ ਕਿੱਥੋਂ ਆਏ? ਸਭ ਆਪਣਾ ਜਿਹੜੀ ਮੁਗਲ ਡਾਇਨੈਸਟੀ ਦੇ ਵਿੱਚ ਬਾਬਰ ਤੋਂ ਬਾਅਦ ਜਿਹੜਾ ਹੈਗਾ ਹੁਮਾਯੂੰ, ਅਕਬਰ, ਸ਼ਾਹਜਹਾਂ, ਜਹਾਂਗੀਰ ਔਰ ਆਪਣਾ ਉਸ ਤੋਂ ਬਾਅਦ ਔਰੰਗਜ਼ੇਬ ਤੋਂ ਬਹਾਦਰ ਸ਼ਾਹ ਆਲਮ ਔਰ ਲੰਬੀ ਉਸ ਤੋਂ ਬਾਅਦ ਬਹਾਦਰ ਸ਼ਾਹ ਜ਼ਫਰ ਜਿਹੜਾ ਲਾਸਟ ਤੇ ਰਾਜਾ ਹੁੰਦਾ। ਮੁਗਲਾਂ ਤੋਂ ਪਹਿਲਾਂ ਸੀਗੀ ਜਿਹੜੇ ਉਹ ਲੋਧੀ ਡਾਇਨੈਸਟੀ ਸੀ, ਸਿਕੰਦਰ ਲੋਧੀ, ਇਬਰਾਹਿਮ ਲੋਧੀ। ਉਸ ਤੋਂ ਪਹਿਲਾਂ ਖਿਲਜੀ ਡਾਇਨੈਸਟੀ ਸੀਗੀ। ਅਗਰ ਮੁਸਲਿਮ ਧਰਮ ਦਾ ਪ੍ਰਚਾਰ ਪ੍ਰਸਾਰ ਹਿੰਦੁਸਤਾਨ ਦੇ ਵਿੱਚ ਹੋਇਆ, ਉਹ ਸੋਚ ਕੇ ਦੇਖ ਲਓ ਵੀ ਕਦੋਂ ਹੋਇਆ, ਕਿਹੜੇ ਕਾਲ ਦੇ ਵਿੱਚ ਹੋਇਆ। ਜਦੋਂ ਰਾਜ ਸੀ, ਜਿਹੜੀ ਮੈਂ ਪਹਿਲਾਂ ਗੱਲ ਕਹੀ ਹੈ ਕਿ ਰਾਜ ਬਿਨਾ ਨਹੀਂ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਉਸ ਸਮੇਂ ਦੇ ਦੌਰਾਨ ਜਿਹੜਾ ਉਹ ਮੁਸਲਿਮ ਧਰਮ ਦਾ ਪ੍ਰਚਾਰ ਪ੍ਰਸਾਰ ਇਹ ਹੋਇਆ। ਔਰ ਇਹ ਤਾਂ ਗੱਲ ਹੁਣ ਆਪਾਂ ਆਮ ਜਿਹੜੇ ਸਿੱਖ ਪ੍ਰਚਾਰਕ ਨੇ ਇਹ ਵੀ ਦੱਸਦੇ ਨੇ, ਔਰੰਗਜ਼ੇਬ ਕਿਸ ਤਰੀਕੇ ਦੀ ਨੀਤੀ ਦੇ ਉੱਪਰ ਚੱਲ ਰਿਹਾ ਸੀਗਾ। ਠੀਕ ਹੈ, ਅੱਜ ਰਾਮ ਰਾਜ ਦੀ ਗੱਲ ਹੋ ਰਹੀ ਹੈ, ਕਿਉਂ ਹੋ ਰਹੀ ਹੈ? ਕਿਉਂਕਿ ਕੋਈ ਧਿਰ ਜਿਹੜੀ ਸੱਤਾ ਦੇ ਵਿੱਚ ਹੈਗੀ ਹੈ, ਜਿਹੜੀ ਉਹ ਰਿਪਰੈਜ਼ੈਂਟ ਕਰਦੀ ਹੈ, ਤੁਹਾਡੇ ਕੋਲ ਰਾਜ ਨਹੀਂ ਹੈਗਾ। ਇਸ ਗੱਲ ਨੂੰ ਸਮਝ ਲੈਣ ਦੀ ਲੋੜ ਹੈ। ਜੇ ਨਹੀਂ ਸਮਝ ਲੱਗਦੀ ਤਾਂ ਮੇਰੇ ਖਿਆਲ ਫਿਰ ਮੁਸ਼ਕਲ ਹੈ। ਅਗਰ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਰਟਸ ਦੇ ਵਿੱਚ ਝਗੜਾ ਚੱਲ ਰਿਹਾ ਹੈ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਰਟਸ ਦੇ ਵਿੱਚ ਝਗੜਾ ਚੱਲ ਰਿਹਾ, ਇਹ ਤਾਂ ਬੜੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਕੋਈ ਖਾਸ ਲੈਵਲ ਨਹੀਂ ਹੈ ਜਿੱਥੇ ਝਗੜਾ ਚੱਲ ਰਿਹਾ ਹੈਗਾ। ਉਹ ਕਹਿੰਦਾ ਮੈਨੂੰ ਪ੍ਰਧਾਨ ਬਣਾ ਦਿਓ, ਕਹਿੰਦਾ ਮੈਨੂੰ ਪ੍ਰਧਾਨ ਬਣਾ ਦਿਓ, ਮੇਰੇ ਥੱਲੇ ਇਹ ਚੀਜ਼ ਹੋਵੇ, ਉਹ ਕਹਿੰਦਾ ਮੇਰੇ ਥੱਲੇ ਇਹ ਚੀਜ਼ ਹੋਵੇ। ਪਰ ਵੱਡੇ ਪੱਧਰ ਤੇ ਚੀਜ਼ਾਂ ਹੋਰ ਤਰੀਕੇ ਦੇ ਨਾਲ ਨੇ। ਚਲੋ ਖੈਰ, ਆਪਾਂ ਵਿੱਚ ਆ ਗਈ ਚੀਜ਼, ਅਗਲੇ ਟੌਪਿਕ ਵੱਲ ਜ਼ਰੂਰ ਵਧਦੇ ਹਾਂ। ਜੀ ਬਿਲਕੁਲ। ਤੇ ਅਗਲਾ ਟੌਪਿਕ ਉਹੀ ਗੱਲ ਕਿ ਜਿਵੇਂ ਤੁਸੀਂ ਕਿਹਾ ਕਿ ਰਾਜ ਨਹੀਂ ਹੈ ਤਾਂ ਸਰਕਾਰਾਂ ਵੀ ਹੈ ਨਹੀਂ। ਸਰਕਾਰਾਂ ਦੇ ਵਿੱਚ ਵੀ ਆਪਸ ਦੇ ਵਿੱਚ ਕੜਮਾਸ ਮਚਿਆ ਹੋਇਆ। ਸਰਕਾਰ ਚਾਹੁੰਦੀ ਹੈ ਕਿ ਅਸੀਂ ਆਪਣਾ ਸੈਸ਼ਨ ਬੁਲਾਈਏ, ਪਰ ਕਹਿੰਦੇ ਨੇ ਕਿ ਜਿਹੜੇ ਕੇਂਦਰ ਦੇ ਵਿੱਚ ਜਿਨ੍ਹਾਂ ਦਾ ਰਾਜ ਹੈ ਤੇ ਉਹ ਵੀ ਸੈਸ਼ਨ ਬੁਲਾਉਣ ਨਹੀਂ ਦਿੱਤੇ ਜਾਂਦੇ। ਆਪਣੇ ਨੁਮਾਇੰਦਿਆਂ ਤੋਂ, ਆਪਣੇ ਹੀ ਬੰਦਿਆਂ ਤੋਂ ਜਿਹੜੇ ਸੈਸ਼ਨ ਨੇ ਉਹ ਕੈਂਸਲ ਕਰਵਾਏ ਜਾ ਰਹੇ ਨੇ। ਤਾਂ ਹਰ ਜਗ੍ਹਾ ਦੇ ਵਿੱਚ, ਧਰਮ ਦੇ ਵਿੱਚ, ਰਾਜਨੀਤੀ ਦੇ ਵਿੱਚ, ਸਮਾਜ ਦੇ ਵਿੱਚ, ਪੰਜਾਬ ਦੇ ਵਿੱਚ ਬੜੀ ਜ਼ਿਆਦਾ ਉਥਲ ਪੁਥਲ ਮਚੀ ਹੋਈ ਹੈ, ਜਿਨ੍ਹਾਂ ਦਾ ਜਵਾਬ ਕਿਸੇ ਤੋਂ ਨਹੀਂ ਲੱਭਦਾ ਕਿ ਆਖਿਰਕਾਰ ਇਹ ਹੋ ਕੀ ਰਿਹਾ ਹੈ। ਨਵਦੀਪ, ਗੱਲ ਜਿਹੜੀ ਸੈਸ਼ਨ ਦੀ ਚੱਲੀ ਹੈ ਕਿ ਸੈਸ਼ਨ ਜਿਹੜਾ ਉਹ ਉਸ ਨੂੰ ਲੈ ਕੇ ਲਗਾਤਾਰ ਪੰਜਾਬ 'ਚ ਰੇੜਕਾ ਬਣਿਆ ਹੋਇਆ, ਸਿਆਸਤ ਬੜੀ ਭਖੀ ਹੋਈ ਹੈ। ਕਈ ਵਾਰ ਤਾਂ ਇਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਮਤਲਬ ਹਾਸਾ ਵੀ ਆਉਂਦਾ ਹੈ ਵੀ ਜਿਸ ਤਰੀਕੇ ਨਾਲ ਪੰਜਾਬ ਦੀ ਸਿਆਸਤ ਇਸ ਵੇਲੇ ਚੱਲ ਰਹੀ ਹੈ, ਪਾਰਟਿਕੂਲਰਲੀ ਇਸ ਵੇਲੇ ਚੱਲ ਰਹੀ ਹੈ। ਹੁਣ ਦੀ ਜਿਹੜੀ ਤਾਜ਼ਾ ਗੱਲ ਹੈਗੀ ਹੈ, ਤਾਜ਼ਾ ਖਬਰ ਹੈ, ਉਹ ਇਹ ਹੈ ਵੀ ਪਹਿਲਾਂ ਜਿਹੜਾ ਉਹ ਆਪਰੇਸ਼ਨ ਲੋਟਸ ਦਾ ਜ਼ਿਕਰ ਹੁੰਦਾ ਪੰਜਾਬ ਦੇ ਵਿੱਚ। ਕਹਿੰਦੇ ਵੀ ਆਮ ਆਦਮੀ ਪਾਰਟੀ ਕਹਿੰਦੀ ਕਿ ਸਾਡੇ ਬੰਦੇ ਨੇ ਜਿਹੜੇ ਉਹ ਬੀਜੇਪੀ ਨੇ ਖਰੀਦ ਲੈਣੇ ਆ। 25 ਕਰੋੜ ਦਾ ਵੀ ਜ਼ਿਕਰ ਹੋ ਗਿਆ। ਕਹਿੰਦੇ ਵੀ 10 ਬੰਦਿਆਂ ਨੂੰ ਆਫਰ ਆਈ ਹੈ, ਕੋਈ ਕਹਿੰਦਾ 35 ਬੰਦਿਆਂ ਨੂੰ ਆਈ ਹੈ, ਕੋਈ ਕਹਿੰਦਾ 7 ਬੰਦਿਆਂ ਨੂੰ ਆਈ ਹੈ। ਚਲੋ ਇਹ ਇਹਨਾਂ ਦਾ ਇੰਟਰਨਲ ਮੈਟਰ ਹੈ। ਕਹਿੰਦੇ ਵੀ ਅਸੀਂ ਭਰੋਸਗੀ ਮਤਾ ਸਾਬਤ ਕਰਾਂਗੇ ਵਿਧਾਨ ਸਭਾ ਦੀ ਫਲੋਰ ਦੇ ਉੱਪਰ। ਹੁਣ ਭਰੋਸਗੀ ਮਤਾ ਜਾਂ ਬੇਭਰੋਸਗੀ ਜਿਹੜੀ ਹੈ, ਇਸ ਦੀ ਗੱਲ ਵਿਰੋਧੀ ਧਿਰ ਕਰੇ ਤਾਂ ਚੰਗੀ ਲੱਗਦੀ ਹੈ। ਆਮ ਆਦਮੀ ਪਾਰਟੀ ਆਪੇ ਹੀ ਕਹੀ ਜਾਂਦੀ ਹੈ, ਉਹਨਾਂ ਨੂੰ ਕਿਸੇ ਨੇ ਕਿਹਾ ਵੀ ਨਹੀਂ ਵੀ ਤੁਸੀਂ ਭਰੋਸਗੀ ਮਤਾ ਲੈ ਕੇ ਆਓ, ਵੀ ਤੁਸੀਂ ਆਪਣੀ ਮੈਜੋਰਟੀ ਪ੍ਰੂਫ ਕਰੋ ਉੱਥੇ ਦੁਬਾਰਾ। ਉਹ ਫਿਰ ਵੀ ਅਪਰੂਵ ਕਰਨ ਨੂੰ ਫਟਾਫਟ ਉਹਨਾਂ ਨੇ ਜਿਹੜਾ ਸੈਸ਼ਨ ਸੱਦਿਆ। ਕਹਿੰਦੇ ਕਿ 22 ਸਤੰਬਰ ਨੂੰ ਜਿਹੜਾ ਉਹ ਵਿਧਾਨ ਸਭਾ ਦਾ ਸੈਸ਼ਨ ਹੋਏਗਾ, ਭਰੋਸਗੀ ਮਤਾ ਅਸੀਂ ਲੈ ਕੇ ਆਵਾਂਗੇ। ਪਹਿਲਾਂ ਤਾਂ ਗਵਰਨਰ ਨੇ ਵੀ ਅਪਰੂਵਲ ਦੇ ਦਿੱਤੀ ਤੇ ਇੱਕ ਦਿਨ ਪਹਿਲਾਂ ਜਿਹੜਾ ਉਹ ਸੁਖਪਾਲ ਸਿੰਘ ਖਹਿਰਾ, ਕਾਂਗਰਸ ਦੇ ਹੋਰ ਜਿਹੜੇ ਸੀਗੇ, ਉਧਰ ਬੀਜੇਪੀ ਦੇ ਵੀ ਕਈ ਆਗੂ ਸੀ, ਉਹਨਾਂ ਨੇ ਜਿਹੜਾ ਅਕਾਲੀ ਦਲ ਦੇ, ਉਹਨਾਂ ਨੇ ਜਿਹੜਾ ਪੱਤਰ ਲਿਖਿਆ ਗਵਰਨਰ ਨੂੰ। ਔਰ ਉਸ ਤੋਂ ਬਾਅਦ ਗਵਰਨਰ ਨੇ ਜਿਹੜਾ ਉਹ ਸੈਸ਼ਨ ਹੀ ਰੱਦ ਕਰਤਾ। ਕਹਿੰਦੇ ਜੀ ਇਹਦੀ ਤਾਂ ਲੋੜ ਹੀ ਨਹੀਂ ਹੈਗੀ, ਜਿਹੜੇ ਨਿਯਮ ਸੀਗੇ ਉਹ ਤੁਸੀਂ ਪੂਰੇ ਨਹੀਂ ਕਰਦੇ ਹੈਗੇ ਕਨਸਟੀਟਿਊਸ਼ਨ ਦੇ, ਕਿ ਉਸ ਨਿਯਮਾਂ ਦੇ ਤਹਿਤ ਜਿਹੜਾ ਉਹ ਸੱਦਿਆ ਜਾਣਾ ਸੀ ਸੈਸ਼ਨ, ਉਹ ਸੈਸ਼ਨ ਰੱਦ ਹੋ ਗਿਆ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਬਹੁਤ ਜ਼ਿਆਦਾ ਤਿਲ ਮਿਲਾਈ।
ਭਗਵੰਤ ਮਾਨ ਤੋਂ ਲੈ ਕੇ ਕੇਜਰੀਵਾਲ ਤੱਕ ਸਾਰਿਆਂ ਨੇ ਕਹਿ ਦਿੱਤਾ, ਕਹਿੰਦੇ ਕਿ ਦੇਖੋ ਜੀ ਇਹ ਤਾਂ ਜਿਹੜਾ ਹੁਣ ਤਾਂ ਸੰਵਿਧਾਨ ਦੀ ਉਲੰਘਣਾ ਹੋਣ ਲੱਗ ਗਈ, ਲੋਕਤੰਤਰ ਹੀ ਹੈ ਨਹੀਂਗਾ, ਕਹਿੰਦੇ ਜੀ ਇਹ ਤਾਂ ਬਿਲਕੁਲ ਹੀ ਖਰਾਬ ਹੋ ਗਿਆ ਕੰਮ। ਫਿਰ ਕਹਿੰਦੇ ਕਿ ਚਲੋ ਜੀ 22 ਸਤੰਬਰ ਦਾ ਨਹੀਂ ਹੋਇਆ, ਆਪਾਂ ਭਰੋਸਗੀ ਮਤਾ ਲੈ ਕੇ ਆਉਣਾ ਸੀ, ਉਹਦੇ ਵਿੱਚ ਬੇਸਿਕਲੀ ਟੌਪਿਕ ਇਹ ਰੱਖਿਆ ਸੀ ਇਹਨਾਂ ਨੇ ਕਿ ਭਰੋਸਗੀ ਮਤਾ ਲੈ ਕੇ ਆਵਾਂਗੇ। ਫਿਰ ਕਹਿੰਦੇ ਜੀ ਚਲੋ 27 ਸਤੰਬਰ ਨੂੰ ਬੁਲਾਵਾਂਗੇ। ਹੁਣ 27 ਸਤੰਬਰ ਨੂੰ ਲੈ ਕੇ ਰਿੜਕਾ ਬਣਿਆ ਹੋਇਆ। 27 ਸਤੰਬਰ ਨੂੰ ਲੈ ਕੇ ਜਿਹੜਾ ਉਹ ਜੋ ਰਾਜਪਾਲ ਹੈਗੇ ਨੇ ਬਨਵਾਰੀ ਲਾਲ ਪੁਰੋਹਿਤ, ਪੰਜਾਬ ਦੇ ਗਵਰਨਰ ਨੇ, ਉਹਨਾਂ ਨੇ ਕੁਝ ਚੀਜ਼ਾਂ ਮੰਗੀਆਂ ਹੈਗੀਆਂ ਨੇ ਵੀ ਇਹ ਚੀਜ਼ ਸਾਨੂੰ ਜਿਹੜੀ ਆ ਮੁਹੱਈਆ ਕਰਾਵੇ ਪੰਜਾਬ ਸਰਕਾਰ। ਟੌਪਿਕ ਉਹਦੇ ਵਿੱਚ ਬੇਸਿਕਲੀ 2 ਰੱਖੇ ਨੇ, ਇੱਕ ਪਰਾਲੀ ਦਾ ਟੌਪਿਕ ਰੱਖਿਆ ਹੈਗਾ, ਇੱਕ ਜਿਹੜਾ ਹੋਰ ਟੌਪਿਕ ਰੱਖਿਆ ਹੈਗਾ। 2 ਟੌਪਿਕ ਰੱਖੇ ਨੇ ਇਹਦੇ ਵਿੱਚ ਬੇਸਿਕਲੀ ਡਿਸਕਸ ਕਰਨ ਦੇ ਲਈ। ਤੇ ਪਰ ਉਸ ਨੂੰ ਲੈ ਕੇ ਵੀ ਹੁਣ ਰੇੜਕਾ ਬਣਿਆ ਹੋਇਆ। ਜ਼ਬਾਨੀ ਜੰਗ ਇਹ ਹੈ ਕਿ ਭਗਵੰਤ ਮਾਨ ਹੋਣੀ ਗਵਰਨਰ ਸਾਹਿਬ ਨੂੰ ਟੂ ਮੱਚ ਕਹਿ ਦਿੰਦੇ ਨੇ ਤੇ ਗਵਰਨਰ ਸਾਹਿਬ ਭਗਵੰਤ ਮਾਨ ਨੂੰ ਟੂ ਮੱਚ ਕਹਿ ਦਿੰਦੇ ਨੇ। ਭਗਵੰਤ ਮਾਨ ਕਹਿੰਦੇ ਕਿ ਦੇਖੋ ਜੀ ਜਿਹੜਾ ਮਤਾ ਪਾਸ ਕਰਨ ਵਾਲੀ ਗੱਲ ਹੁੰਦੀ ਆ ਜਾਂ ਫਿਰ ਸੈਸ਼ਨ ਨੂੰ ਮਨਜ਼ੂਰੀ ਦੇਣ ਵਾਲੀ ਗੱਲ ਹੁੰਦੀ, ਉਹ ਸਿਰਫ ਫਾਰਮੈਲਿਟੀ ਹੁੰਦੀ ਹੈ ਗਵਰਨਰ ਦੇ ਵੱਲੋਂ। ਪਰ ਉਹ ਕਹਿ ਰਹੇ ਨੇ ਕਿ ਤੁਸੀਂ ਜਿਹੜਾ ਸੈਕਸ਼ਨ 148 ਤੇ 167 ਤੇ 168 ਪੜ੍ਹੋ। ਗਵਰਨਰ ਕਹਿੰਦੇ ਕਿ ਮੇਰਾ ਪੂਰਾ ਅਧਿਕਾਰ ਹੈ ਵੀ ਮੈਂ ਸੈਸ਼ਨ ਜਿਹੜਾ ਉਹ ਰੋਕ ਸਕਦਾ ਜਾਂ ਸੈਸ਼ਨ ਜਿਹੜਾ ਚਲਾ ਸਕਦਾ। ਇਸ ਨੂੰ ਲੈ ਕੇ ਜਿਹੜਾ ਰੇੜਕਾ ਬਣਿਆ ਹੋਇਆ, ਉਹ ਗਵਰਨਰ ਸਾਹਿਬ ਨੇ ਵੀ ਭਗਵੰਤ ਮਾਨ ਦੇ ਟੂ ਮੱਚ ਦਾ ਜਵਾਬ ਦੇ ਦਿੱਤਾ। ਉਹ ਕਹਿੰਦੇ ਕਿ ਮੈਨੂੰ ਲੱਗਦਾ ਤੁਸੀਂ ਟੂ ਮੱਚ ਮੇਰੇ ਤੋਂ ਨਾਰਾਜ਼ ਹੋ। ਕਹਿੰਦੇ ਕਿ ਤੁਸੀਂ ਜਾ ਕੇ ਪਹਿਲਾਂ ਸੈਕਸ਼ਨ ਜਾਂ ਧਾਰਾ 167 ਤੇ 168 ਪੜ੍ਹੋ ਤੇ ਫਿਰ ਮੇਰੇ ਨਾਲ ਆ ਕੇ ਗੱਲ ਕਰੋ, ਤੁਹਾਡੀ ਨਾਰਾਜ਼ਗੀਆਂ ਜਿਹੜੀਆਂ ਉਹ ਦੂਰ ਹੋ ਜਾਣਗੀਆਂ। ਕਹਿੰਦੇ ਕਿ ਤੁਹਾਨੂੰ ਤੁਹਾਡੇ ਸਲਾਹਕਾਰ ਵੀ ਸਹੀ ਸਲਾਹ ਨਹੀਂ ਦੇ ਰਹੇ। ਭਗਵੰਤ ਮਾਨ ਦੇ ਉੱਪਰ ਤੰਜ਼ ਕੱਸਦੇ ਹੋਏ ਗਵਰਨਰ ਨੇ ਇਹ ਗੱਲ ਕਹੀ ਜੀ। ਬਿਲਕੁਲ। ਤੇ ਕਾਲਰ ਵੀ ਲਗਾਤਾਰ ਸਾਡੇ ਨਾਲ ਬਣ ਰਹੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕੁਲਾਰ ਸਾਹਿਬ, ਸਵਾਗਤ ਹੈ ਤੁਹਾਡਾ। ਹਾਂਜੀ ਕੁੜੀਏ, ਕਿੱਦਾਂ ਹਾਲ ਚਾਲ? ਜੀ ਵਧੀਆ ਜੀ ਵਧੀਆ। ਓਕੇ, ਜਿਉਂਦਾ ਰਹਿ ਮੇਰਾ ਬੱਚਾ। ਓਕੇ ਵੀਰ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਇੱਕ ਤੁਹਾਨੂੰ ਮੈਂ ਗੱਲ ਪੁੱਛਾਂ, ਬੜੇ ਪੁਰਾਣੇ ਜੁੜੇ ਹੋਏ ਆ ਇਸ ਪ੍ਰੋਗਰਾਮ ਦੇ ਨਾਲ। ਜੀ ਜੀ, ਲੰਬਾ ਟਾਈਮ ਹੋ ਗਿਆ ਜੀ, ਤੇ ਉਦੋਂ ਤੋਂ ਲੱਗ ਕੇ ਹੁਣ ਤੱਕ ਮੈਂ ਦੇਖਦਾ ਆਇਆ, ਪਰ ਮੈਂ ਅੱਜ ਤੱਕ ਕੋਈ ਨਵੀਂ ਖਬਰ ਜਾਂ ਚੰਗੀ ਖਬਰ ਇੰਡੀਆ ਦੇ ਬਾਰੇ 'ਚ ਨਹੀਂ ਸੁਣੀ, ਕਦੀ ਨਹੀਂ ਸੁਣੀ। ਅਸੀਂ ਸ਼ਾਮੀ ਇੱਥੇ ਖਬਰਾਂ ਸੁਣਦੇ ਸੀ, ਕਿਤੇ ਭੁਚਾਲ ਆ ਗਿਆ, ਕਿਤੇ ਨਾਅਰੇ ਲੱਗਣ ਡਏ ਆ, ਕਿਤੇ ਰੈਲੀ ਹੋਣ ਡਈ ਆ, ਕਿਤੇ ਲੋਕੀ ਰੋਣਾ ਤੇ ਬੈਠੇ ਆ, ਕਿਤੇ ਉਹ ਕਹਿੰਦੇ ਐਂ ਕਰ ਦਿਆਂਗੇ, ਚੱਕਾ ਜਾਮ ਕਰ ਦਿਆਂਗੇ, ਰੇਲਾਂ ਰੋਕ ਦਿਆਂਗੇ। ਸਾਰਾ ਮਤਲਬ ਮੁਲਕ ਇਸ ਕੰਮ ਤੇ ਹੀ ਲੱਗਿਆ ਹੋਇਆ। ਅਸੀਂ ਚੈਨਲ ਚੇਂਜ ਕੀਤਾ, ਕੈਨੇਡਾ ਦਾ ਚੈਨਲ ਆਇਆ, ਉਸ ਵੇਲੇ ਹਾਲਾਤ ਹੀ ਬਦਲ ਗਏ। ਪਰ ਇਹ ਸੋਚਣ ਵਾਲੀ ਇਹ ਗੱਲ ਆ, ਤੁਸੀਂ ਐਡੇ ਐਡੇ ਰਿਪੋਰਟਰ ਬੈਠੇ ਹੋ, ਐਡੇ ਐਡੇ ਬੜੇ ਜੱਜ ਬਣੇ, ਬੜੇ ਬੜੇ ਸਿਆਸਤਦਾਨ, ਬੜੇ ਬੜੇ ਲੋਕ ਪੈਦਾ ਹੋਏ ਇਸ ਧਰਤੀ ਚੋਂ, ਪਰ ਹਾਲਾਤ ਕੀ ਬਣੇ ਹੋਏ ਨੇ? ਇਹਦਾ ਕਾਰਨ ਕੀ ਹੈ? ਮੈਨੂੰ ਤਾਂ ਇੱਕ ਲੱਗਦਾ ਹੁੰਦਾ ਕਿ ਸਾਡੀ ਇਹਨਾਂ ਆਪਣੀਆਂ ਮਨ ਸਮਝੀ ਦੀ ਗੱਲ ਹੀ ਆ, ਕਸੂਰ ਸਾਡਾ ਹੀ ਆ, ਜੁੱਤੀਆਂ ਅਸੀਂ ਤਾਂ ਹੀ ਖਾਂਦੇ ਆ। ਨਹੀਂ ਤਾਂ ਇਹਨਾਂ ਦੀ ਕੀ ਔਕਾਤ ਆ ਕਿ ਸਾਨੂੰ ਏਦਾਂ ਕਹਿ ਜਾਣ। ਇੱਕ ਇੱਕ ਪਿੱਛੇ ਵਿਕਣ ਵਾਲੇ, ਮੇਰੇ ਸਮਝ ਚੋਂ ਗੱਲ ਬਾਹਰ ਆ। ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ, ਇੰਡੀਆ ਨੂੰ ਪਿਆਰ ਕਰਦੇ ਹਾਂ ਨਾ, ਅਸੀਂ ਕੈਨੇਡਾ 'ਚ ਰਹਿੰਦੇ ਹਾਂ, ਇਹ ਵੱਖਰੀ ਗੱਲ ਆ ਵੀ ਅਸੀਂ ਕੈਨੇਡਾ 'ਚ ਰਹਿੰਦੇ ਹਾਂ, ਪਰ ਅਸੀਂ ਪਿਆਰ ਕਰਦੇ ਹਾਂ। ਪਰ ਮੇਰੀ ਸਮਝ ਚੋਂ ਗੱਲ ਬਾਹਰ ਆ ਵੀਰ ਜੀ, ਸਾਰਾ ਮੁਲਕ ਹੀ ਧਰਨਿਆਂ ਦਾ ਤਾਂ ਅਸੀਂ ਫੇਕ ਹੀ ਜਾਂਦੇ, ਮੇਰਾ ਭਾਰਤ ਮਹਾਨ, ਮੇਰਾ ਭਾਰਤ ਤਰੱਕੀ ਤੇ, ਮੇਰਾ ਭਾਰਤ ਐਂ ਕਰ ਦੇਗਾ। ਸਾਡਾ ਪ੍ਰਧਾਨ ਮੰਤਰੀ ਕੁਛ ਹੋਰ ਕਹੀ ਜਾਂਦਾ, ਉਹ ਗ੍ਰਹਿ ਮੰਤਰੀ ਕੁਛ ਹੋਰ ਕਹੀ ਜਾਂਦਾ। ਜਿੰਨਾ ਝੂਠ ਆ, ਸਾਰੀਆਂ ਗੱਡੀਆਂ ਲੱਦ ਕੇ ਇੱਥੇ ਹੀ ਆ ਗਈਆਂ। ਮੇਰੀ ਸਮਝ ਚੋਂ ਗੱਲ ਬਾਹਰ ਆ ਬ੍ਰਦਰ। ਇਹ ਤਾਂ ਕੋਈ ਮਿਰਚਾਂ ਮੁਰਚਾਂ ਬਾਹਰੋਂ ਤੇ ਕੋਈ ਭਲਾ ਹੋਵੇ, ਨਹੀਂ ਤਾਂ ਬਈ ਮੁਸ਼ਕਲ ਹੀ ਲੱਗਦਾ ਜੀ। ਓਕੇ ਜੀ ਵੀਰ ਜੀ, ਉੱਚਾ ਨਹੀਂ ਮੈਂ ਬੋਲਿਆ, ਚੱਲਿਆ ਮਾਫ। ਮਿਲਦੇ ਆਪਾਂ ਆਫਟਰ ਬ੍ਰੇਕ ਵੀਰ ਜੀ। ਓਕੇ ਬਾਏ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਬਲਦੀਪ ਜੀ, ਕੀ ਕਹਿਣਾ ਚਾਹੋਗੇ ਕੁਲਾਰ ਸਾਹਿਬ ਬਾਰੇ? ਚਲੋ ਉਹਨਾਂ ਦੀ ਆਪਣੀ ਰਾਏ ਹੈਗੀ ਆ, ਜੇ ਗੱਲਾਂ ਦੇ ਹਿਸਾਬ ਨਾਲ ਤਾਂ ਠੀਕ ਹੈ, ਕੋਈ ਵੀ ਹਰੇਕ ਬੰਦੇ ਨੂੰ ਆਜ਼ਾਦੀ ਹੈ, ਕੋਈ ਵੀ ਗੱਲ ਜਿਹੜੀ ਆ ਉਹ ਕਹਿ ਸਕਦਾ ਹੈਗਾ। ਉਹਨਾਂ ਨੇ ਕਿਹਾ ਕਿ ਸਾਰੇ ਧਰਨੇ ਪ੍ਰਦਰਸ਼ਨ ਤੇ ਹੀ ਲੱਗੇ ਹੋਏ ਨੇ, ਸਰਕਾਰਾਂ ਨੂੰ ਮਾੜਾ ਕਹਿਣ ਤੇ ਲੱਗੇ ਹੋਏ ਨੇ, ਜਾਂ ਕੁਝ ਵੀ ਕਹਿ ਲਓ ਵੀ ਕੋਈ ਚੰਗੀ ਖਬਰ ਜਿਹੜੀ ਨਹੀਂ ਹੈਗੀ। ਮੈਂ ਵੀ ਸਵਾਲ ਕਰ ਦਿੰਦਾ। ਇੱਕ ਸਵਾਲ ਇਹ ਹੈ ਕਿ ਤੁਸੀਂ ਇਹ ਦੱਸੋ ਕਿ ਧਰਨੇ ਪ੍ਰਦਰਸ਼ਨ ਕਰਨ ਨਾ ਤਾਂ ਕੀ ਕਰਨ? ਐਡੇ ਵੱਡੇ ਪੱਧਰ ਤੇ ਪੰਜਾਬ ਤੋਂ ਬਾਹਰ ਕਿਉਂ ਜਾ ਰਹੇ ਹੋ?
ਉਹ ਇਸ ਕਰਕੇ ਜਾ ਰਹੇ ਹੋ ਨਾ, ਤੁਸੀਂ ਇਹੀ ਤਰਕ ਦਿੰਦੇ ਹੋ ਕਿ ਇੱਥੇ ਕੰਮ ਹੈ ਨਹੀਂ ਯਾਰ, ਇੱਥੇ ਪੈਸੇ ਨਹੀਂ ਬਚਦੇ, ਇੱਥੇ ਰੋਜ਼ਗਾਰ ਹੈ ਨਹੀਂਗਾ, ਇੱਥੇ ਆਹ ਸਮੱਸਿਆ, ਇੱਥੇ ਹੈਲਥ ਸਿਸਟਮ ਹੈ ਨਹੀਂਗਾ, ਇੱਥੇ ਉਹ ਹੈ ਨਹੀਂਗਾ, ਇੱਥੇ ਆਹ ਹੈ ਨਹੀਂਗਾ। ਡੈਫੀਨੇਟਲੀ ਨਾ ਫਿਰ ਜੇ ਉਹ ਜਿਹੜੇ ਬੰਦੇ ਇੱਥੇ ਰਹਿ ਰਹੇ ਨੇ, ਉਹ ਜਿਹੜੇ ਬਾਹਰ ਨਹੀਂ ਗਏ, ਉਹ ਤਾਂ ਕੁਛ ਨਾ ਕੁਛ ਤਾਂ ਕਰਨਗੇ। ਕੋਈ ਧਰਨਾ ਲਾਊਗਾ, ਕੋਈ ਸਰਕਾਰ ਨੂੰ ਮਾੜਾ ਬੋਲੂ, ਕੋਈ ਕੋਰਟ 'ਚ ਜਾਊਗਾ, ਕੋਈ ਕੁਛ ਕਰੂਗਾ ਵੀ ਮੇਰਾ ਕੋਈ ਹੀਲਾ ਬਣੇ। ਹੋਰ ਉਹ ਕੀ ਕਰਨ? ਜਿੰਨੀ ਦੇਰ ਉਹ ਇੱਥੇ ਹੈਗੇ ਨੇ, ਉਹ ਕੋਈ ਨਾ ਕੋਈ ਆਪਣਾ ਹੱਥ ਪੱਲਾ ਤਾਂ ਜ਼ਰੂਰ ਮਾਰਨਗੇ ਜਾਂ ਹੱਥ ਤੇ ਹੱਥ ਰੱਖ ਕੇ ਬਹਿ ਜਾਣ। ਕਿਸਾਨ ਅੰਦੋਲਨ ਚੱਲਿਆ, ਵੱਡੇ ਪੱਧਰ ਤੇ ਚੱਲਿਆ ਹੈਗਾ, ਉਹਦੇ ਪਿੱਛੇ ਵੀ ਕੋਈ ਮੰਤਵ ਸੀ ਕਿ 3 ਖੇਤੀ ਕਾਨੂੰਨ ਰੱਦ ਕਰਾਉਣੇ ਆ ਜਾਂ MSP ਦਾ ਹੈਗਾ। ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਜਿਹੜੇ ਲੋਕ ਇੱਥੋਂ ਛੱਡ ਕੇ ਡਿਵੈਲਪ ਕੰਟਰੀਆਂ 'ਚ ਜਾ ਰਹੇ ਨੇ, ਉਹ ਕਹਿੰਦੇ ਨੇ ਕਿ ਉੱਥੇ ਸਹੂਲਤ ਚੰਗੀ ਆ। ਬੇਸਿਕਲੀ ਇਹੀ ਮੇਰੇ ਜੋ ਸਮਝ ਪੈਂਦੀ ਆ ਉਹੀ ਹੈ ਕਿ ਉੱਥੇ ਸਹੂਲਤ ਚੰਗੀ ਹੈਗੀ ਆ, ਉੱਥੇ ਹੈਲਥ ਸਿਸਟਮ ਚੰਗਾ ਹੈਗਾ, ਐਜੂਕੇਸ਼ਨ ਚੰਗੀ ਹੈਗੀ ਆ, ਆਪਣਾ ਲਾਈਫ ਸਟਾਈਲ ਜਿਹੜਾ ਹੈਗਾ ਉਹ ਚੰਗਾ ਹੈਗਾ, ਇਸ ਕਰਕੇ ਅਸੀਂ ਬਾਹਰ ਜਾ ਰਹੇ ਹਾਂ। ਪਰ ਜਿਹੜੇ ਇੱਥੇ ਰਹਿ ਗਏ, ਉਹ ਕੋਈ ਨਾ ਕੋਈ ਤਾਂ ਆਪਣਾ ਹੀਲਾ ਕਰਨਗੇ ਨਾ। ਉਹ ਕੋਈ ਨਾ ਕੋਈ ਜੱਦੋ ਜਹਿਦ ਕਹਿ ਲਓ ਜਾਂ ਕੋਈ ਧਰਨਾ ਪ੍ਰਦਰਸ਼ਨ ਕਹਿ ਲਓ, ਜਾਂ ਜੋ ਵੀ ਉਹਨਾਂ ਦੇ ਹੱਥ ਵੱਸ ਆਉਂਦਾ ਹੈ, ਜੋ ਵੀ ਹਾਲ ਹੀਲਾ ਉਹ ਕਰ ਸਕਦੇ ਆ, ਉਹਨਾਂ ਕੋ ਕਰਦੇ ਆ, ਜਾਂ ਜਿੰਨਾ ਕੋ ਉਹਨਾਂ ਨੂੰ ਸਮਝ ਹੈਗੀ ਆ ਉਹਨਾਂ ਕੋ ਜ਼ੋਰ ਲਗਾ ਰਹੇ ਆ। ਬਿਲਕੁਲ। ਤੇ ਅਗਲੇ ਕਾਲਰ ਵੀ ਸਾਡੇ ਨਾਲ ਬਣ ਗਏ ਨੇ ਜੀ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਗੁप्ता जी, स्वागत है जी ਤੁਹਾਡਾ। जो ब्राह्मण में हुआ सिख रिफरेंडम करना ये नहीं होना चाहिए। सिख खालिस्तान का मूवमेंट ब्राह्मण में हुआ, ये बहुत बुरा है। It should not happen. ये हमारे कंट्री को डिवाइड करेगा जी। ਮਾਫੀ ਚਾਹਾਂਗੇ ਗੁप्ता जी ਕਿ ਤੁਹਾਨੂੰ ਤੁਹਾਡੇ ਲਾਸਟ ਵਾਲੀ ਗੱਲ ਜਿਹੜੀ ਸਮਝ ਨਹੀਂ ਆਈ, ਤਾਂ ਤੁਸੀਂ ਦੁਬਾਰਾ ਤੋਂ ਵੀ ਕਾਲ ਕਰ ਸਕਦੇ ਹੋ, ਤਾਂ ਦੱਸ ਸਕਦੇ ਹੋ ਕਿ ਆਖਿਰਕਾਰ ਤੁਸੀਂ ਕੀ ਕਹਿਣਾ ਚਾਹ ਰਹੇ ਸੀ, ਸਵਾਲ ਪੁੱਛ ਰਹੇ ਸੀ ਜਾਂ ਫਿਰ ਕੋਈ ਸਵਾਲ ਪੁੱਛ ਰਹੇ ਸੀ। ਤਾਂ ਸਮਾਂ ਸਾਡੇ ਕੋਲ ਸਿਰਫ ਤੇ ਸਿਰਫ 1 ਮਿੰਟ ਦਾ ਬਾਕੀ ਰਹਿ ਗਿਆ, ਤੇ ਤੁਸੀਂ 1 ਮਿੰਟ ਦੇ ਅੰਦਰ ਅੰਦਰ ਦੁਬਾਰਾ ਤੋਂ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ। ਤਾਂ ਜਾਂਦੇ ਜਾਂਦੇ ਜਿਹੜੇ ਅਸੀਂ ਗੱਲ ਕਰਾਂਗੇ, NGT ਵੱਲੋਂ ਪੰਜਾਬ ਸਰਕਾਰ ਨੂੰ 2000 ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ। ਬਲਦੀਪ ਜੀ, ਜਾਂਦੇ ਜਾਂਦੇ ਸਿਰਫ 1 ਮਿੰਟ ਆਪਣੇ ਕੋਲ। ਬਿਲਕੁਲ ਨਵਦੀਪ, NGT ਵੱਲੋਂ ਪੰਜਾਬ ਸਰਕਾਰ ਨੂੰ 2000 ਕਰੋੜ ਰੁਪਏ ਦਾ ਜੁਰਮਾਨਾ ਕਿ ਕੂੜੇ ਦੀ ਜਿਹੜੀ ਮੈਨੇਜਮੈਂਟ ਹੈ, ਸੋਲਿਡ ਵੇਸਟ ਮੈਨੇਜਮੈਂਟ ਤੇ ਲਿਕੁਇਡ ਵੇਸਟ ਮੈਨੇਜਮੈਂਟ ਵੀ ਹੈ, ਜਿਹੜੀ ਜਿਵੇਂ ਦਰਿਆਵਾਂ ਦੇ ਵਿੱਚ ਜਿਹੜਾ ਉਹ ਫੈਕਟਰੀਆਂ ਦਾ ਦੂਸ਼ਿਤ ਪਾਣੀ ਜਾ ਰਿਹਾ, ਉਸ ਨੂੰ ਲੈ ਕੇ ਜਿਹੜਾ ਉਹ NGT ਦੇ ਵੱਲੋਂ 2000 ਕਰੋੜ ਰੁਪਏ ਦਾ ਜੁਰਮਾਨਾ ਜਿਹੜਾ ਉਹ ਪੰਜਾਬ ਸਰਕਾਰ ਨੂੰ ਲਾਇਆ ਗਿਆ। ਬੇਸਿਕਲੀ ਇਹ ਜੁਰਮਾਨਾ ਹੈਗਾ 2180 ਕਰੋੜ ਦਾ, 2180 ਕਰੋੜ ਦਾ। ਉਹਦੇ ਵਿੱਚੋਂ 100 ਕਰੋੜ ਜਿਹੜਾ ਉਹ ਜਮ੍ਹਾਂ ਕਰਾ ਦਿੱਤਾ ਪੰਜਾਬ ਸਰਕਾਰ ਨੇ, ਤੇ 2080 ਕਰੋੜ ਹੈਗਾ ਉਸ ਦੇ ਲਈ 2 ਮਹੀਨੇ ਦੀ ਮੌਲਤ ਦਿੱਤੀ ਹੈਗੀ ਹੈ ਪੰਜਾਬ ਸਰਕਾਰ ਨੂੰ ਕਿ ਇੱਕ ਵੱਖਰੇ ਖਾਤੇ ਦੇ ਵਿੱਚ ਜਮ੍ਹਾਂ ਕਰਾਇਆ ਜਾਵੇ। ਤੋ ਇਹ ਸਵਾਲ ਜਿਹੜਾ ਇਹ, ਕਿਉਂਕਿ ਹੁਣ ਆਪਣੇ ਕੋਲ ਸਮਾਂ ਬਹੁਤ ਘੱਟ ਹੈ, ਟੌਪਿਕ ਇਹ ਵੀ ਕਾਫੀ ਵੱਡਾ ਹੈਗਾ, ਤੇ ਸਵਾਲ ਪੰਜਾਬ ਦੀਆਂ ਸਾਰੀਆਂ ਧਿਰਾਂ ਦੇ ਉੱਪਰ ਖੜੇ ਹੋ ਜਾਂਦੇ ਨੇ, ਕਿਉਂਕਿ ਵਾਰੀ-ਵਾਰੀ ਸਾਰੀਆਂ ਸੱਤਾ ਦੇ ਵਿੱਚ ਰਹੀਆਂ ਨੇ। ਆਮ ਆਦਮੀ ਪਾਰਟੀ ਨੂੰ 6 ਮਹੀਨੇ ਹੋ ਗਏ, ਉਸ ਤੋਂ ਪਹਿਲਾਂ 5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ, 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ। ਤੋ ਲਗਾਤਾਰ ਜਿਹੜਾ ਪਾਣੀ ਵੀ ਦੂਸ਼ਿਤ ਹੁੰਦਾ ਰਿਹਾ ਤੇ ਕੂੜਾ ਵੀ ਜਿਹੜਾ ਉਹ ਮੈਨੇਜਮੈਂਟ ਨਹੀਂ ਹੋ ਪਾਈ ਹੈ। ਉਹਨਾਂ ਸਾਰਿਆਂ ਦੇ ਲਈ ਜਿਹੜਾ ਉਹ ਇੱਕ ਇਹ ਕਹਿ ਲਓ ਕਿ ਸਬਕ ਜਿਹੜਾ NGT ਨੇ ਜ਼ਰੂਰ ਦਿੱਤਾ। ਜੀ ਬਿਲਕੁਲ। ਤੇ ਬਲਦੀਪ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਕਾਲ ਕਰਦੇ ਹੋ, ਸਾਡੇ ਪ੍ਰੋਗਰਾਮ ਨੂੰ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਵੇਖਦੇ ਹੋ, ਆਪਣੇ ਸਵਾਲ ਤੇ ਸੁਝਾਅ ਰੱਖਦੇ ਹੋ, ਕੋਸ਼ਿਸ਼ ਕਰਦੇ ਕਿ ਉਹਨਾਂ ਦੇ ਜਵਾਬ ਹੈ ਜਿਹੜੇ ਉਹ ਸਮਾਂ ਤੇ ਹੀ ਦਿੱਤੇ ਜਾਣ। ਫੇਸਬੁੱਕ ਵਾਲੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਕਮੈਂਟ ਦੇ ਜ਼ਰੀਏ ਆਪਣੇ ਸਵਾਲ ਤੇ ਸੁਝਾਅ ਜਿਹੜੇ ਉੱਥੇ ਰੱਖਦੇ ਹੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਜੀ, ਮਿਲਾਂਗੇ ਆਪਾਂ ਕੱਲ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।